ਤੇ ਸਾਧ ਸੰਗਤ जी, ਅੱਜ ਦੇ ਪ੍ਰੋਗਰਾਮ ਵਿੱਚ ਆਪ ਸਭ ਨੂੰ ਜੀ ਆਇਆਂ। ਤੋ ਆਪ ਦੀ ਬਹੁਤ ਬਖਸ਼ਿਸ਼ ਹੈ ਕਿ ਤੁਸੀਂ ਸਾਰੇ ਜੁੜ ਕੇ ਪਿਛਲੇ ਕਾਫੀ ਸਮੇਂ ਤੋਂ ਅਸੀਂ ਸਾਰੇ ਸਾਨੂੰ ਤੁਸੀਂ ਆਸ਼ੀਰਵਾਦ ਦਿੰਦੇ ਹੋ ਔਰ ਸਾਡੇ ਜਿਹੜੇ ਵੀਰ ਭੈਣਾਂ ਨੇ ਉਹ ਆਪ ਵਾਹਿਗੁਰੂ ਜੀ ਦੀ ਬਖਸ਼ਿਸ਼ ਸਮਝ ਅਨੁਸਾਰ ਜੋ ਵੀ ਹੋ ਸਕਦਾ ਹੈ ਉਹ ਆਪ ਸਾਹਮਣੇ ਪੇਸ਼ ਕਰਦੇ ਨੇ। ਤੋ ਉਹਨਾਂ 'ਚ ਸਾਨੂੰ ਜਿੱਥੇ ਅਸੀਂ ਆਪ ਨਾਲ ਗੱਲਾਂ ਬਾਤਾਂ ਕਰਦੇ ਹਾਂ ਉੱਥੇ ਜਿੰਨੇ ਵੀ ਵਕਤਾ ਨੇ ਉਹਨਾਂ ਨੂੰ ਬੜਾ ਫਾਇਦਾ ਹੁੰਦਾ ਹੈ ਕਿ ਇਸ ਆਡੀਅੰਸ ਦੇ ਵਿੱਚ ਬੈਠ ਕੇ ਸਾਡੀ ਆਪਣੀ ਬਹੁਤ ਸਾਰੀ ਸੁਧਾਈ ਹੋ ਰਹੀ। ਤੋ ਸੰਗਤ ਦੀ ਮੰਗ ਤੇ ਜੋ ਬੜਾ ਜ਼ਰੂਰੀ ਇਤਿਹਾਸਕ ਪੱਖ ਹੈ ਉਹ ਸਰ ਹਰਜੀਤ ਸਿੰਘ ਜੀ ਪਿਛਲੇ ਕਾਫੀ ਹਫ਼ਤਿਆਂ ਤੋਂ ਕਰ ਰਹੇ ਨੇ। ਤੋ ਕੱਲ ਜਿਸ ਤਰ੍ਹਾਂ ਸੰਗਤ ਦੀ ਮੰਗ ਆਈ ਸੀ ਉਹਦੇ ਮੁਤਾਬਕ ਅੱਜ ਉਹ ਅਗਲਾ ਜਿਹੜਾ ਚੈਪਟਰ ਸ਼ੁਰੂ ਕਰਨਗੇ। ਮੈਂ ਉਹਨੂੰ ਬੇਨਤੀ ਕਰ ਰਿਹਾ ਕਿ ਉਹ ਪ੍ਰਾਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅਕਾਲੀ ਲਹਿਰਾਂ ਦੇ ਇਤਿਹਾਸ ਨੂੰ ਅਸੀਂ ਪਿਛਲੇ ਕੁਝ ਸਮੇਂ ਤੋਂ ਵਾਚ ਰਹੇ ਹਾਂ, ਜਿਸ ਵਿੱਚ ਅਸੀਂ ਬੱਬਰ ਅਕਾਲੀ ਲਹਿਰ, ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕੇ ਬਾਗ ਦਾ ਸਾਕਾ, ਗੰਗਸਰ ਜੈਤੋ ਦਾ ਸਾਕਾ, ਗਦਰ ਪਾਰਟੀ, ਗਦਰ ਲਹਿਰ ਦਾ ਇਤਿਹਾਸ, ਇਹ ਅਸੀਂ ਵਿਚਾਰਾ ਕਰ ਚੁੱਕੇ ਹਾਂ। ਕੁਝ ਪ੍ਰਸ਼ਨ ਵੀ ਆਏ ਸਨ ਕਿ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਕੀ ਹਾਲਾਤ ਹੋਏ। ਉਹਦੇ ਵਿੱਚੋਂ ਅਸੀਂ ਦੋ, ਗੁਰੂ ਕਾ ਬਾਗ ਤੇ ਗੰਗਸਰ ਜੈਤੋ ਦਾ ਜ਼ਿਕਰ ਵੱਖਰਾ ਕਰ ਚੁੱਕੇ ਹਾਂ, ਪਰ 3 ਸਾਲਾਂ ਵਿੱਚ ਕੀ ਕੁਝ ਵਾਪਰਿਆ ਉਹ ਕੁਝ ਗੱਲਾਂ ਜਿਹੜੀਆਂ ਬੜੀਆਂ ਕੰਮ ਦੀਆਂ ਹਨ। ਇਤਿਹਾਸ ਦਾ ਪੱਖ ਅਸੀਂ, ਮਹੰਤਤਾ ਕੀ ਹੋਇਆ, ਇਹ ਕੁਝ ਗੱਲਾਂ ਹਨ ਜਿਹੜੀਆਂ ਅੱਜ ਆਪਾਂ ਵਿਚਾਰ ਕਰਾਂਗੇ। ਨਨਕਾਣਾ ਸਾਹਿਬ ਦੇ ਸਾਕੇ ਦੇ ਮਗਰੋਂ ਜੇ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਖੋਲ੍ਹਦੇ ਹਾਂ, ਬਹੁਤ ਸਾਰੇ ਮੁਸਲਿਮ ਆਗੂਆਂ ਨੇ ਸਿੱਖਾਂ ਦੇ ਨਾਲ ਬਹੁਤ ਹਮਦਰਦੀ ਪ੍ਰਗਟ ਕੀਤੀ, ਜਾਂ ਕੁਝ ਆਗੂਆਂ ਨੇ ਹੋਰ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿੱਥੇ ਤੱਕ ਉਹਨਾਂ ਦਾ ਵਸ ਚੱਲਦਾ ਸੀ। ਇਹਦੇ ਬਾਰੇ ਜ਼ਿਕਰ ਅਸੀਂ ਕੁਝ ਨਨਕਾਣਾ ਸਾਹਿਬ ਦੇ ਸਾਕੇ 'ਚ ਕੀਤਾ ਸੀ, ਅਖਬਾਰਾਂ ਦੇ ਹਵਾਲੇ ਦੇ ਕੇ, ਵੀ ਉਸ ਵੇਲੇ ਦੀਆਂ ਅਖਬਾਰਾਂ ਨੇ ਜੋ ਹਮਦਰਦੀ ਦੇ ਮਤੇ ਲਿਖੇ ਸਨ ਉਹ ਸਾਰੇ ਮੈਂ ਆਪ ਜੀ ਨਾਲ ਸਾਂਝੇ ਕਰ ਚੁੱਕਿਆ ਹਾਂ। ਪਰ ਦੂਜੇ ਪਾਸੇ ਜੇ ਅਸੀਂ ਇੱਥੋਂ ਦੀ ਬਹੁ ਗਿਣਤੀ ਜੋ ਭਾਰਤ ਦੀ ਹੈ, ਇਹਨਾਂ ਦੇ ਇਤਿਹਾਸ ਨੂੰ ਦੇਖਦੇ ਹਾਂ ਤੇ ਇਹਨਾਂ ਵਿੱਚੋਂ ਕਿਸੇ ਵੀ ਪ੍ਰਮੁੱਖ ਆਗੂ ਨੇ ਸਿੱਖਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਨਾ ਕੀਤਾ। ਪਰ ਬਹੁਤ ਸਾਰੇ ਸਮਾਂ ਇਸ ਦੇ ਉਲਟ ਬਹੁਤ ਸਾਰੇ ਆਗੂਆਂ ਨੇ ਕਿ ਹਿੰਦੂ ਪ੍ਰੈਸ ਨੇ ਸਿੱਖਾਂ ਦੇ ਖਿਲਾਫ ਜ਼ਹਿਰ ਵੀ ਉਗਲਿਆ ਤੇ ਝੂਠੀਆਂ ਖਬਰਾਂ ਵੀ ਛਾਪੀਆਂ। ਇੱਥੇ ਮੈਂ ਇਹ ਵੀ ਬੇਨਤੀ ਕਰਦਿਆਂ ਕਿ ਇਹਨਾਂ ਪ੍ਰੈਸਾਂ ਦਾ ਰਵੱਈਆ ਜਾਂ ਇਸ ਮੀਡੀਆ ਦਾ ਰਵੱਈਆ ਹਮੇਸ਼ਾ ਹੀ ਇੱਕ ਪਾਸੜ ਰਿਹਾ ਹੈ। ਹੁਣ ਵੀ ਤੁਸੀਂ ਦੇਖੋਗੇ ਕੁਝ ਅਖਬਾਰਾਂ ਐਸੀਆਂ ਹਨ ਜਿਨ੍ਹਾਂ ਦੇ ਵਿੱਚ ਸਿੱਖਾਂ ਦੇ ਨਾਲ ਵਿਰੋਧ ਹਮੇਸ਼ਾ ਹੀ ਜ਼ਹਿਰ ਹੀ ਉਗਲਿਆ ਜਾਂਦਾ ਹੈ। ਉਹ ਹਿੰਦੀ ਦੀਆਂ ਵੀ ਹਨ, ਪੰਜਾਬੀ ਦੀਆਂ ਵੀ ਹਨ। ਉਸ ਗਰੁੱਪ ਵੱਲੋਂ ਚੱਲਦੀਆਂ ਅਖਬਾਰਾਂ ਜਿਨ੍ਹਾਂ ਵਿੱਚ ਸਿੱਖਾਂ ਨੂੰ ਕਦੀ ਵੀ ਹਮਦਰਦੀ ਦਾ ਅੱਖਰ ਨਹੀਂ ਲਿਖਿਆ ਗਿਆ, ਉਹਦੇ ਕਰਕੇ ਹੀ ਅਗਲੇ ਭਾਣੇ ਜਿਹੜੇ ਵਰਤਦੇ ਰਹੇ ਹਨ।
ਪ੍ਰਤਾਪ ਅਖਬਾਰ ਤੇ ਕੇਸਰੀ ਅਖਬਾਰ ਉਸ ਵੇਲੇ ਚਲਦੀ ਸੀ। ਉਹਨਾਂ ਨੇ ਤਾਂ ਇਹ ਵੀ ਲਿਖ ਦਿੱਤਾ ਕਿ ਨਨਕਾਣਾ ਸਾਹਿਬ ਵਿੱਚ ਸ਼ਿਵਲਿੰਗ ਬਣਿਆ ਹੋਇਆ ਹੈ, ਇਸ ਦਾ ਪ੍ਰਬੰਧ ਹਿੰਦੂਆਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਬੰਦੇ ਮਾਤਰਮ ਲਾਲਾ ਲਾਜਪਤ ਰਾਏ ਦੀ ਅਖਬਾਰ ਚਲਦੀ ਸੀ, ਉਹਨੇ ਸਿੱਖਾਂ ਦੇ ਖਿਲਾਫ ਵੀ ਕੁਝ ਲਿਖਿਆ। ਕੁਝ ਲੋਕਾਂ ਨੇ ਤਾਂ ਇਹ ਵੀ ਇਲਜ਼ਾਮ ਲਾਇਆ ਕਿ ਉਹਦੇ 3000 ਰੁਪਇਆ ਲੈ ਕੇ ਮਹੰਤ ਨਾਰਾਇਣ ਦਾਸ ਤੋਂ ਖਬਰਾਂ ਲਿਖੀਆਂ ਹਨ। ਖੈਰ, ਇਹਦੇ ਬਾਰੇ ਕੋਈ ਪੁਖਤੇ ਸਬੂਤ ਸਾਡੇ ਕੋਲ ਨਹੀਂ ਹਨ, ਕੇਵਲ ਕਾਗਜ਼ੀ ਜਾਂ ਲਿਖਤੀ ਜ਼ਬਾਨੀ ਇਹ ਗੱਲਾਂ ਉੜਦੀਆਂ ਹੁੰਦੀਆਂ ਹਨ। 23 ਮਾਰਚ 1921, ਕਿਉਂਕਿ 20 ਫਰਵਰੀ 1921 ਨੂੰ ਸਾਕਾ ਹੁੰਦਾ ਹੈ ਔਰ 4 ਦਿਨ ਤਕਰੀਬਨ ਉੱਥੇ ਇਸ ਸਾਕੇ ਨੂੰ ਬਾਅਦ ਦੇ ਵਿੱਚ ਲੱਗ ਜਾਂਦੇ ਹਨ। ਉਸ ਤੋਂ 1 ਮਹੀਨੇ ਬਾਅਦ ਲਗਭਗ ਸਨਾਤਨ ਧਰਮ ਪ੍ਰਤੀਨਿਧੀ ਸਭਾ ਪੰਜਾਬ ਲਾਹੌਰ ਦੇ ਵਿੱਚ ਉਹਨੇ ਵੀ ਨਨਕਾਣਾ ਸਾਹਿਬ ਨੂੰ, ਗੁਰਦੁਆਰਾ ਕਮੇਟੀ ਨੂੰ, ਗੁਰਦੁਆਰੇ ਵਿੱਚ ਹਿੰਦੂ ਤਸਵੀਰਾਂ ਤੇ ਬੁੱਤਾਂ ਬਾਰੇ ਖੱਤ ਲਿਖ ਕੇ ਇਹ ਕੁਝ ਅਜਿਹੀਆਂ ਚੀਜ਼ਾਂ ਜਿਹੜੀਆਂ ਸੀ ਉਹਦੇ 'ਚ ਲਿਖੀਆਂ, ਚਿੱਠੀ ਲਿਖ ਕੇ ਇਹ ਲਿਖੀਆਂ ਵੀ ਇਹ ਜਿਹੜਾ ਹੈ ਇਹ ਸਿੱਖਾਂ ਦਾ ਨਹੀਂ, ਇਹ ਹਿੰਦੂਆਂ ਦਾ ਹੈ। ਇਸ ਦੀ ਫੋਟੋ ਵੀ ਮੇਰੇ ਪਾਸ ਮੌਜੂਦ ਹੈ ਚਿੱਠੀ ਦੀ, ਜਿਹੜੀ ਉਸ ਵੇਲੇ ਉਸ ਸਨਾਤਨ ਸਭਾ ਨੇ ਲਿਖੀ ਸੀ। ਇਸ ਤੋਂ ਇਲਾਵਾ ਵੀ ਹੋਰ ਸਾਰੀਆਂ ਇਹਨਾਂ ਦੀਆਂ ਜਮਾਤਾਂ ਨੇ ਸਿੱਖਾਂ ਦੇ ਖਿਲਾਫ ਹਰਕਤਾਂ ਕੀਤੀਆਂ, ਜਿੱਥੋਂ ਗੱਲ ਸਪਸ਼ਟ ਹੁੰਦੀ ਹੈ ਅੰਦਰੋਂ ਅੰਦਰ ਹੀ ਸਿੱਖਾਂ ਦੇ ਖਿਲਾਫ ਸਨ ਔਰ ਕਰਪਟ ਮਹੰਤਾਂ ਦੇ ਨਾਲ ਇਹਨਾਂ ਦੇ ਨਾਲ ਪੂਰਾ ਹਮਦਰਦੀ ਰੱਖਦੇ ਸਨ। 16 ਨਵੰਬਰ 1921 ਦੀ ਬੰਦੇ ਮਾਤਰਮ ਵਿੱਚ ਲਾਲਾ लाजपत राय ने लिखा, जिस शख्स ने अपने पिता के सरमाया को साधुओं को खिला दिया, अब उसके नाम के मंदिर, गुरुद्वारा नहीं लिखा उन्हें, अब उसके नाम के मंदिर में जायदाद व आमदनियों का अख्तियार का झगड़ा हो रहा है। ये पंजाब दर्पण अखबार सी, 23 नवंबर 1921 ने ये चिट्ठी ते ਉਹਦੇ ਵਿੱਚ ਇਹਦਾ ਜ਼ਿਕਰ ਕੀਤਾ। ਹੋਰ ਤਾਂ ਹੋਰ ਉਸ ਵੇਲੇ ਆਪਣੇ ਪ੍ਰਮੁੱਖ ਆਗੂ ਕਹਾਉਂਦੇ ਮਹਾਤਮਾ ਗਾਂਧੀ ਇੱਕ ਅਜਿਹਾ ਬਿਆਨ ਦਿੱਤਾ ਜਿੱਥੇ ਗੱਲ ਲੱਗਦੀ ਹੈ ਕਿ ਮਹਾਤਮਾ ਗਾਂਧੀ ਵੀ ਨਹੀਂ ਸੀ ਮੰਨਦਾ ਕਿ ਮਹੰਤ ਨੇ ਸਿੱਖਾਂ ਦੇ ਕਿਸੇ ਬਿਨਾਂ ਬੇਵਜ੍ਹਾ ਕਤਲੇਆਮ ਕੀਤਾ ਹੈ। ਇਹ ਵੀ ਗੱਲ ਨਾਲ ਸਹਿਮਤ ਨਹੀਂ ਸੀ ਹੋਇਆ ਲੱਗਦਾ। ਇਹ ਵੀ ਪੰਜਾਬ ਦਰਪਣ 9 ਮਾਰਚ 1921 ਨੂੰ ਉਹਨਾਂ ਇਹ ਬਿਆਨ ਜਿਹੜਾ ਉਹ ਛਪਿਆ। ਤੇ ਗਾਂਧੀ ਮੁਤਾਬਕ ਸਿੱਖ ਬਿਨਾਂ ਮੁਕਾਬਲਾ ਨਹੀਂ ਮਾਰੇ ਗਏ ਹੋਣਗੇ। ਉਹਦਾ ਜਿਹੜੇ ਲਫ਼ਜ਼ ਹਨ ਮੈਂ ਉਹ ਥੋੜੇ ਜ਼ਿਕਰ ਕਰਨਾ ਚਾਹੁੰਦਾ ਜੋ ਉਹਦੇ ਛਪੇ। ਅਜਿਹੇ ਟੋਲੇ ਦੇ 50 ਜਾਂ 100 ਬੰਦੇ ਗੁਰਦੁਆਰੇ ਦਾ ਕਬਜ਼ਾ ਲੈਣ ਜਾਂਦੇ ਹਨ। ਉਹ ਤਸ਼ੱਦਦ ਸਹਾਰਦੇ ਹਨ ਪਰ ਆਪ ਤਸ਼ੱਦਦ ਨਹੀਂ ਕਰਦੇ। ਫਿਰ ਵੀ ਜੇ 50 ਜਾਂ 100 ਬੰਦਿਆਂ ਦੀ ਭੀੜ ਇੱਕ ਥਾਂ ਤੇ ਜਾਂਦੀ ਹੈ ਤਾਂ ਗੁਰਦੁਆਰੇ ਦਾ ਰਖਵਾਲਾ ਇਸ ਤੋਂ ਡਰਿਆ ਤਾਂ ਜ਼ਰੂਰ ਮਹਿਸੂਸ ਕਰੇਗਾ। ਅੱਗੇ ਚੱਲ ਕੇ ਉਹਨੇ ਫਿਰ ਇਹ ਲਿਖਿਆ ਕਿ ਗੁਰਦੁਆਰਿਆਂ ਦੇ ਕਬਜ਼ੇ ਕਰਨ ਵਾਸਤੇ ਜੱਥੇ ਲਿਜਾਣ ਦੀ ਥਾਂ ਤੇ ਕੋਈ ਸਾਲਸੀ ਬੋਰਡ ਨਾਲ ਮਸਲੇ ਹੱਲ ਕਰਨੇ ਚਾਹੀਦੇ ਹਨ ਜਾਂ ਸਵਰਾਜ ਤੱਕ ਜਾਂ ਆਜ਼ਾਦੀ ਤੱਕ ਇਹ ਮਸਲਿਆਂ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਹੈ। ਇਹ ਗਾਂਧੀ ਕਲੈਕਟਡ ਵਰਕਸ ਦੀ ਜਿਹੜੀ 19th ਜਿਲਦ ਛਪੀ ਉਹਦੇ ਪੰਨਾ ਨੰਬਰ 401 ਦੇ ਉੱਤੇ ਇਹ ਸਾਰੇ ਵਿਚਾਰ ਲਿਖੇ ਹੋਏ ਹਨ, ਜਿਨ੍ਹਾਂ ਨੂੰ ਹਰਜਿੰਦਰ ਸਿੰਘ ਦਲਗੀਰ ਨੇ ਆਪਣੀ ਕਿਤਾਬ ਵਿੱਚ ਦਰਜ ਵੀ ਕੀਤਾ ਹੈ। ਗਾਂਧੀ ਨੇ ਤਾਂ ਵਾਪਸ ਜਾ ਕੇ ਆਪਣੇ ਪਰਚੇ ਨਵ ਜੀਵਨ ਦੇ 13 ਮਾਰਚ 1921 ਦੇ ਇਹ ਵੀ ਲਿਖਿਆ ਕਿ ਮੈਂ ਅੱਜ ਤੱਕ ਸਿੱਖਾਂ ਨੂੰ ਹਿੰਦੂਆਂ ਦਾ ਫਿਰਕਾ ਹੀ ਸਮਝਦਾ ਰਿਹਾ ਸੀ, ਪਰ ਉਹਨਾਂ ਦੇ ਆਗੂ ਸਮਝਦੇ ਹਨ ਕਿ ਉਹ ਇੱਕ ਅਲੱਗ ਧਰਮ ਹਨ ਜਿਹਦੇ ਨਾਲ ਸਾਡੀ ਸਹਿਮਤੀ ਨਹੀਂ ਹੈ। ਹੁਣ ਮਹਾਤਮਾ ਗਾਂਧੀ ਵੱਲੋਂ ਜਿਹੜਾ ਸਭ ਤੋਂ ਵੱਡੀ ਗੱਲ ਸਿੱਖਾਂ ਵਿੱਚ ਫੁੱਟ ਪਾਉਣ ਦੀ ਕੀਤੀ ਗਈ, ਉਹ ਮਹਾਤਮਾ ਗਾਂਧੀ ਨੇ ਨਨਕਾਣਾ ਸਾਹਿਬ ਦੇ ਮਾਮਲੇ ਵਿੱਚ ਸਿੱਖਾਂ ਨੂੰ ਗਲਤ ਪਾਸੇ ਵੱਲ ਤੋਰ ਲਿਆ। ਉਸਨੇ ਨਨਕਾਣਾ ਸਾਹਿਬ ਦੇ ਸਾਕੇ ਸੰਬੰਧੀ ਜਿਹੜੀ ਇਨਕੁਆਇਰੀ ਕਮੇਟੀ ਜਾਂ ਪੜਤਾਲ ਕਰਨ ਵਾਲੀ ਕਮੇਟੀ ਵਿੱਚ ਸ਼ਾਮਲ ਹੋਣ ਵਾਸਤੇ ਇੱਕ ਸ਼ਰਤ ਰੱਖੀ ਕਿ ਅਕਾਲੀ ਦਲ ਸਰਕਾਰ ਨਾਲ ਨਾ ਮਿਲਵਰਤਨ ਕਰੇ। ਇਹ
ਦੀ ਫੋਟੋ ਵੀ ਚਿੱਠੀ ਦੀ ਮਿਲ ਜਾਂਦੀ ਹੈ, ਜੋ ਮੇਰੇ ਪਾਸ ਹੈ ਛਪੀ ਹੋਈ। ਉਹਦੇ ਵਿੱਚ ਲਿਖਿਆ ਵੀ ਅਕਾਲੀ ਦਲ ਸਰਕਾਰ ਨਾਲ ਨਾ ਮਿਲਵਰਤਨ ਕਰੇ। ਇਹ ਗੱਲ ਪੰਜਾਬ ਦਰਪਣ ਦੇ 16 ਮਾਰਚ 1921 ਦੇ ਵਿੱਚ ਉਹਦੇ ਬਿਆਨ ਦੇ ਵਿੱਚ ਲਿਖੀ ਮਿਲਦੀ ਹੈ। ਮਹਾਤਮਾ ਗਾਂਧੀ ਦਾ ਕਿਉਂਕਿ ਉਸ ਵੇਲੇ ਥੋੜਾ ਬਹੁਤਾ ਨਾਮ ਚੱਲਦਾ ਸੀ, ਤਾਂ ਅਕਾਲੀਆਂ ਨੇ 6 ਮਾਰਚ 1921 ਦੇ ਦਿਨ ਸਰਕਾਰ ਨਾਲ ਸ਼ਹੀਦਾਂ ਦੇ ਮੁਕੱਦਮੇ ਬਾਰੇ ਨਾ ਮਿਲਵਰਤਨ ਕਰਨ ਦਾ ਐਲਾਨ ਕਰ ਦਿੱਤਾ। ਸਿੱਖਾਂ ਵਿੱਚ ਫੁੱਟ ਦੀ ਸ਼ੁਰੂਆਤ ਇੱਥੋਂ ਹੋ ਜਾਂਦੀ ਹੈ। ਉਹ ਅਕਾਲੀ ਲਹਿਰ ਜਿਹੜੀ ਸ਼ਹੀਦਾਂ ਦੇ ਖੂਨ ਦੇ ਵਿੱਚੋਂ ਜਨਮ ਲਿਆ ਸੀ, ਉਹਦੇ ਵਿੱਚ ਫੁੱਟ ਦਾ ਬੀਜ ਮਹਾਤਮਾ ਗਾਂਧੀ ਵੱਲੋਂ ਬੀਜ ਦਿੱਤਾ ਗਿਆ। ਇੱਕ ਸ਼ਾਤਰ ਦਿਮਾਗ ਦੀਆਂ ਕਾਢਾਂ ਹੁੰਦੀਆਂ ਨੇ, ਤੇਜ਼ ਦਿਮਾਗ ਦੀਆਂ ਕਾਢਾਂ ਹੁੰਦੀਆਂ ਨੇ। ਤਲਵਾਰ ਦਾ ਵਾਰ ਨਹੀਂ, ਵਿਚਾਰਾਂ ਦੇ ਵਾਰ ਦੇ ਨਾਲ ਕੌਮਾਂ ਨੂੰ ਮਾਰ ਦਿੱਤਾ ਜਾਂਦਾ ਹੈ। ਜਦੋਂ ਅਕਾਲੀ ਦਲ ਨੇ 6 ਮਾਰਚ 1921 ਨੂੰ ਨਾਮ ਮਿਲਵਰਤਨ ਦਾ ਐਲਾਨ ਕੀਤਾ, ਇਹਦੀ ਵਿਰੋਧਤਾ ਸਰਦਾਰ ਕਰਤਾਰ ਸਿੰਘ ਜੀ ਝੱਬਰ, ਜਿਨ੍ਹਾਂ ਨੇ ਨਨਕਾਣਾ ਸਾਹਿਬ ਦੇ ਗੁਰਦੁਆਰੇ ਦਾ ਕਬਜ਼ਾ ਲਿਆ ਸੀ, ਸਰਦਾਰ ਹਰਬੰਸ ਸਿੰਘ ਜੀ ਅਟਾਰੀ ਔਰ ਪ੍ਰੋਫੈਸਰ ਜੋਧ ਸਿੰਘ, ਜਿਨ੍ਹਾਂ ਨੇ ਅਰਦਾਸ ਕੀਤੀ ਸੀ, ਇਹਦੀ ਵਿਰੋਧ ਕੀਤਾ। ਨਾਮ ਮਿਲਵਰਤਨ ਦਾ ਮਤਾ ਪਾਸ ਹੋਣ ਮਗਰੋਂ ਇਹ ਆਗੂ ਜਿਹੜੇ ਸੀ ਸਾਰੇ ਅਸਤੀਫੇ ਦੇ ਗਏ। ਇਹ ਗੱਲ ਅਕਾਲੀ ਮੋਰਚੇ ਤੇ ਝੱਬਰ ਦੇ ਜਿਹੜੀ ਕਿਤਾਬ 133 ਦੇ ਉੱਤੇ ਮਿਲਦੀ ਹੈ, ਅਕਾਲੀ ਮੋਰਚੇ ਤੇ ਝੱਬਰ, ਜਾਂ ਦੂਜੇ ਲਫ਼ਜ਼ਾਂ 'ਚ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਆਗੂਆਂ ਦੇ ਵਿੱਚ ਪਹਿਲੀ ਫੁੱਟ ਅਕਾਲੀ ਲਹਿਰ ਦੀ, ਜਾਂ ਪਹਿਲੀ ਫੁੱਟ ਇਹ ਮਹਾਤਮਾ ਗਾਂਧੀ ਦੀ ਦੇਣ ਸੀ, ਜੋ ਸਾਡੀ ਝੋਲੀ ਦੇ ਵਿੱਚ ਚੁੱਪ ਚੁਪੀਤੇ ਪਾ ਦਿੱਤੀ ਗਈ। ਅਕਾਲੀਆਂ ਵੱਲੋਂ ਨਾਮ ਮਿਲਵਰਤਨ ਕਰਨ ਦਾ ਮਤਾ 8 ਮਾਰਚ 1921 ਨੂੰ ਦੀ ਸ਼ਾਮ ਨੂੰ ਗਾਂਧੀ ਨੂੰ ਲੁਧਿਆਣੇ 'ਚ ਮਿਲ ਗਿਆ। ਅਗਲੀ ਸਵੇਰ ਨੂੰ ਉਸਦੇ ਸੈਕਟਰੀ ਨੇ ਇਹਦਾ ਜਵਾਬ ਵੀ ਦੇ ਦਿੱਤਾ। ਉਹਦੀ ਕਾਪੀ ਵੀ ਜਿਹੜੀ ਹੈ ਉਹ ਹੈ, ਉਹਦੀ ਕਾਪੀ, ਕਿਉਂਕਿ ਇਹ ਸਾਰੀਆਂ ਚੀਜ਼ਾਂ SGPC ਦੇ ਰਿਕਾਰਡ ਵਿੱਚ ਸਨ। ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਸਾੜੀ ਗਈ, ਉਹਦੇ ਕੁਝ ਤਾਂ ਸੜ ਗਿਆ, ਕੁਝ ਮੈਟਰ ਬਚ ਗਿਆ। ਇਹ ਸਾਰੀਆਂ ਜਿਹੜੀਆਂ ਚਿੱਠੀਆਂ ਲਿਖਤਾਂ ਦੀਆਂ ਮੈਂ ਗੱਲ ਕਰ ਰਿਹਾ, ਸਾਰੀਆਂ ਰਿਕਾਰਡ ਤੋਂ ਫੋਟੋ ਸਟੇਟ ਹੋਈਆਂ ਉਪਲਬਧ ਮਿਲ ਜਾਂਦੀਆਂ ਹਨ। ਜਿਨ੍ਹਾਂ ਨੇ ਮਿਹਨਤ ਕੀਤੀ ਹੈ ਤੇ ਜਿਨ੍ਹਾਂ ਨੂੰ ਵੈਸੇ ਤਾਂ ਛੇਤੀ ਉੱਥੇ ਜਾ ਕੇ ਰਿਸਰਚ ਕਰ ਨਹੀਂ ਦਿੰਦੇ, ਪਰ ਜਿਨ੍ਹਾਂ ਨੇ ਅੰਦਰ ਵੜ ਕੇ ਕੁਝ ਲਿਆ, ਉਹਨਾਂ ਦੇ ਦੀਆਂ ਫੋਟੋ ਕਾਪੀਆਂ ਜਿਹੜੀਆਂ ਨਾ ਭੇਜੀਆਂ ਹੋਈਆਂ ਹਨ, ਜਾਂ ਲਾਈਆਂ ਹੋਈਆਂ, ਜਾਂ ਛਾਪੀਆਂ ਹੋਈਆਂ। ਵੈਸੇ ਜੇ ਅਸੀਂ ਗੱਲ ਦੇਖਦੇ ਹਾਂ ਤਾਂ ਮਹਾਤਮਾ ਗਾਂਧੀ ਜਾਂ ਉਸ ਵੇਲੇ ਕਾਂਗਰਸ ਜਿਹੜੀ ਸੀ, ਉਹਨੇ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਕੋਈ ਇੱਕ ਰਤਾ ਮਾਤਰ ਵੀ ਕੋਈ ਰੋਲ ਅਦਾ ਨਹੀਂ ਕੀਤਾ ਵੀ ਉਹ ਮਹੰਤ ਨੂੰ ਸਜ਼ਾ ਦਵਾ ਸਕਦੇ ਹੁੰਦੇ। ਪਰ ਸਿੱਖਾਂ ਪਾਸੋਂ ਨਾਮ ਮਿਲਵਰਤਨ ਦਾ ਮਤਾ ਪਾਸ ਕਰਾ ਕੇ ਸਿੱਖਾਂ ਦੇ ਵਿੱਚ ਫੁੱਟ ਦਾ ਬੀਜ ਜਿਹੜਾ ਸੀ ਉਹ ਬੀਜ ਦਿੱਤਾ ਗਿਆ। ਬਹੁਤ ਸਾਰੇ ਸਿੱਖ ਆਗੂਆਂ ਨੇ ਨਾਮ ਮਿਲਵਰਤਨ ਦੇ ਮਤੇ ਦੀ ਵਿਰੋਧਤਾ ਕੀਤੀ। ਨਾਇਕ ਅਖਬਾਰ ਨੇ 15 ਮਾਰਚ ਨੂੰ ਇਸ ਦੇ ਨਤੀਜਿਆਂ ਬਾਰੇ ਖਬਰਦਾਰ ਵੀ ਕਰ ਦਿੱਤਾ। ਉਸ ਅਖਬਾਰ ਦੀ ਰਿਪੋਰਟਿੰਗ ਵੀ ਜਿਹੜੀ ਹੈ ਉਹ ਮਿਲ ਜਾਂਦੀ ਹੈ। ਪਰ ਸ਼੍ਰੋਮਣੀ ਕਮੇਟੀ ਤੇ ਜਿਹੜਾ ਕਾਬਜ਼ ਧੜਾ ਸੀ, ਉਹਨੇ ਇਹਨਾਂ ਦੀ ਕੋਈ ਪਰਵਾਹ ਨਾ ਕੀਤੀ, ਜਿਹਦਾ ਖਮਿਆਜਾ ਸਾਨੂੰ ਬਾਅਦ ਵਿੱਚ ਜਾ ਕੇ ਭੁਗਤਣਾ ਪਿਆ। 8 ਮਾਰਚ 1921 ਦੇ ਵਿੱਚ ਗਵਰਨਰ ਪੰਜਾਬ ਨੇ ਸਿੱਖ ਆਗੂਆਂ ਦੀ ਇੱਕ ਮੀਟਿੰਗ ਲਾਹੌਰ ਵਿੱਚ ਸੱਦੀ ਸੀ ਤੇ ਉਹਨਾਂ ਨੂੰ ਇਹ ਕਿਹਾ ਕਿ ਨਾਮ ਮਿਲਵਰਤਨ ਦਾ ਮਤਾ ਜਿਹੜਾ ਹੈ ਤੁਸੀਂ ਕੀਤਾ, ਇਹਨੂੰ ਵਾਪਸ ਲੈ ਲਓ। ਪਰ ਅਕਾਲੀ ਆਗੂਆਂ ਨੇ ਨਾ ਕਰ ਦਿੱਤੀ ਤਾਂ ਸਰਕਾਰ ਨੇ ਵੀ ਅੱਗੋਂ ਐਲਾਨ ਕਰ ਦਿੱਤਾ ਵੀ ਕੋਈ ਜੱਥਾ ਕਿਸੇ ਗੁਰਦੁਆਰੇ ਤੇ ਕਬਜ਼ਾ ਨਾ ਕਰੇ। ਕੋਈ ਵੀ ਸ਼ਖਸ 8 ਇੰਚ ਤੋਂ ਵੱਡੀ ਕਿਰਪਾਨ ਜਾਂ ਟਕੂਆ ਨਹੀਂ ਰੱਖ ਸਕਦਾ। ਹਾਲਾਂਕਿ ਜਥੇਦਾਰ ਝੱਬਰ ਨਾਮ ਮਿਲਵਰਤਨ ਦੇ ਮਤੇ ਦੇ ਖਿਲਾਫ ਸੀ, ਪਰ ਉਹ ਵੀ ਇਹਨਾਂ ਪਾਬੰਦੀਆਂ ਨੂੰ ਮੰਨਣ ਵਾਸਤੇ ਤਿਆਰ ਨਹੀਂ ਸਨ। ਝੱਬਰ ਸਾਹਿਬ ਤੇ ਫੂਚਰ ਸਾਹਿਬ, ਤਾਰਾ ਸਿੰਘ ਠੇਠਰ, ਲੱਖਾ ਸਿੰਘ ਤੇ ਹੋਰ ਖਾੜਕੂ ਸਿੰਘਾਂ ਨੇ ਸਰਕਾਰ ਦੇ ਇਸ ਐਲਾਨ ਦੀ ਪਰਵਾਹ ਨਾ ਕੀਤੀ। ਜਦੋਂ ਐਲਾਨ ਦੀ ਪਰਵਾਹ ਨਾ ਕੀਤੀ ਤੇ ਨਨਕਾਣਾ ਸਾਹਿਬ ਦੇ ਵਿੱਚ ਸਿੱਖਾਂ ਦੇ ਉੱਤੇ ਜ਼ੁਲਮਾਂ ਦੀ ਝੜੀ ਫਿਰ ਸ਼ੁਰੂ ਹੋ ਜਾਂਦੀ ਹੈ। 11 ਮਾਰਚ ਨੂੰ ਪੁਲਿਸ ਦੀ ਇੱਕ ਵੱਡੀ ਫੋਰਸ ਨੇ, ਵੱਡੀ ਧਾੜ ਨੇ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਨੂੰ ਘੇਰਾ ਪਾ ਲਿਆ। ਝੱਬਰ ਜੀ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ।
माफ कर गिरफ्तार कर लिया गया सर करतार सिंह जी झब्बर ते उन्हां दे साथियों नूं अरेस्ट कर लिया। उन्हां उत्ते चोरी डाकी दे झूठे केस पा के 7 साल, एक होर केस विच 8 साल, कुल 18 साल वास्ते कैद कर दिता गया। 12 मार्च नूं मूल सिंह नूं भी गिरफ्तार कर लिया गया, उसनूं 3 साल की कैद सजा दी गई। इस तरह लखा सिंह नूं गिरफ्तार करके झूठे केस पा के उत्ते भी कैद कर उन्होंने भी कैद सजा दी गई। होर केसां च तारा सिंह ठेठर ते तेजा सिंह पुचर नूं भी कैद किया गया ते लगभग 11 साल ते 9 साल की इन्हां नूं 11 साल तेजा सिंह पुचर नूं ते 9 साल की कैद जिहड़ी सी सरदार तारा सिंह ठेठर नूं दित्ती। ये सारा जिक्र जो अकाली मोर्चे ते झब्बर पुस्तक है सभा 138 के उत्ते लिखा तुहानूं मिल जाएगा। मैं पहले बेनती की है भी ये मैटर बहुत सारिया किताबों के उत्तों मदद करके लिया गया है। उन्होंने किताबों के हवाले मैं नाल इस करके दे रहा हाँ कि ये तत्थ उन्होंने किताबों के विचों मैं जो ले हैं उन्होंने जिक्र तुहाडे नाल कर रहा। अकाली लहरां ते गुरुद्वारा प्रबंधक कमेटी यानी प्रताप सिंह जी की किताब जो जथेदार तख्त श्री केसगढ़ साहब के सन, जो सिंह ब्रदर ने छापी सी, सर सेवा सिंह उस वेले मालिक सी, बहुत पुरानी छपी, बहुत पुरानी सिंह ब्रदर अमृतसर ने छापी सी। ਉਹਦੇ ਵਿੱਚੋਂ काफ़ी मैटर आप जी नाल साझा किया। सिख मिशनरी कॉलेज ਦੀਆਂ छपियां हुई किताबां साका ननकाना साहब, साका गुरु का बाग, साका गंगसर जैतो ते ਬੱਬਰ अकाली लहर, वो इतिहास मैं उन्होंने पुस्तकों के विचों आप जी के नाल साझा किया। इस तो इलावा 3 पुस्तकां होर मेरे कोल सन, गुरुद्वारा सुधार लहर, अकाली लहर, अकाली मोर्चे ते झब्बर, जो मैनूं मिल सकिया मैटर वो रजिंदर सिंह दलगीर दे वल्लों लिखा होया इतिहास। हालांकि इन्हां इतिहासां नूं भी पूरा ऑथेंटिक नहीं मन्निया जा सकता, कुछ गल्लां जां डेटां दा फर्क है, पर काफ़ी कुछ जिहड़ा मैटर है इन्हां दे विचों सानूं मिल जाता है। खैर 15 मार्च लाहौर का कमिश्नर एक वड्डी सारी फौज लैके ननकाना साहब पहुंच गया। उन्हें सारे अकाली जिहड़े सी बहुत सारे अकाली गिरफ्तार कर लए। उन्हां ते वख-वख केस पा के उन्होंने कैद कर दिता। गिरफ्तार किए हुए सिख उत्तम सिंह सर ननकाना साहब, राला सिंह जंडाली, हीरा सिंह जी झरड़ ते होर गुरसिख खान जिन्हां दे नाम जिहड़े हैं निर्मल सिंह रुपालो, जिहड़े नायक अमृतसर दे विच 22 मार्च 1921 नूं छपे जिहड़ी अखबार का एडिशन सी उहदे विच वो नाम सारे छपे हुए हैं, लंबे नाम हैं। मैं सारिਆਂ का जिक्र जिहड़ा है वो आप जी दे नाल नहीं कर सकता, पर जिहड़ी चिट्ठी महात्मा गांधी ने भेजी ਉਹਦੇ ਬਾਰੇ मैं ਉਹਦੇ मैटर जरूर आप जी के नाल साझा करना। पंजाब विश्व कांग्रेस कमेटी वो दी मैंबर्स ऑफ द श्रोमणी गुरुद्वारा प्रबंधक कमेटी अमृतसर खालसा जी, your wire and the copy of the resolution that you passed the redirected to Mahatma Gandhi ji, who received them at Ludhiana late at night on 8th March. He left for Ambala early in the morning on the 9th, and there he directed me to reply, which I have the honor to forward to you. As Mahatma ji is touring about the country, I will be much obliged if you will send the reply to me. I will forward it immediately to Mahatma Gandhi ji, wherever he may be. ਇਹ चिट्ठी सी ਜਿਹੜੀ ਉਹਦੇ ਸੈਕਟਰੀ ਨੇ ਨਾਲ ਲਿਖ ਕੇ ਭੇਜੀ, ਪਰ ਜਿਹੜੀ ਚਿੱਠੀ ਨਾਲ ਲਿਖੀ ਆ ਉਹਦਾ ਮੈਟਰ ਕਿਉਂਕਿ ਫੋਟੋ ਸਟੇਟ ਹੈ ਪੂਰੀ ਤਰ੍ਹਾਂ ਪੜਿਆ ਨਹੀਂ ਜਾਂਦਾ। I have received your wire and I have also received and studied your resolution condemning the members of the high, which the government inquiry into the Nankana tragedy is being conducted, expressing मैं फोटो स्टेट है कुछ बरीक है और कुछ ਉਹਦੇ ਚ मैटर काला होया होया ਜਿਹੜੇ करके पूरी तरह मैं आप जी ਦੇ ਨਾਲੋਂ पढ़ नहीं सकता, लेकिन वो फोटो स्टेट कापी ਜਿਹੜੀ है वो है जिहदा इतिहास ਦੇ ਨਾਲ संबंध काफ़ी ज़्यादा है। तो वो चिट्ठी का ਜਿਹੜਾ
ਮਤਾ ਮਹਾਤਮਾ ਗਾਂਧੀ ਨੇ ਜਿਹੜਾ ਜਵਾਬ ਦਿੱਤਾ ਸੀ ਉਹ ਸਾਰਾ ਨਾਲ ਲਿਖਿਆ ਹੋਇਆ ਹੈ। ਇਸ ਤੋਂ ਮਗਰੋਂ ਸਤੰਬਰ ਦੇ ਵਿੱਚ ਜਾ ਕੇ ਸਰਕਾਰ ਨੇ ਕੋਈ ਮਾਹੌਲ ਥੋੜਾ ਜਿਹਾ ਠੀਕ ਹੋ ਗਿਆ। ਗੁਰਦੁਆਰਾ ਬਿੱਲ ਦੇ ਤਿਆਰ ਦੇ ਬਹਾਨੇ ਤੇ ਉਹਨਾਂ ਨੇ ਸਰਦਾਰ ਕਰਤਾਰ ਸਿੰਘ ਜੀ ਚੱਬਰ, ਤੇਜਾ ਸਿੰਘ ਭੂਚਰ ਤੇ ਬਹੁਤ ਸਾਰੇ ਸਿੱਖ ਆਗੂਆਂ ਨੂੰ ਭਾਵੇਂ ਸਜ਼ਾਵਾਂ ਲੰਬੀਆਂ ਦਿੱਤੀਆਂ ਸਨ ਪਰ ਰਿਹਾ ਕਰ ਦਿੱਤਾ। ਸਰਕਾਰ ਨਾਲ ਨਾ ਮਿਲਵਰਤਨ ਕਰਨ ਦਾ ਮਤਾ ਪਾਸ ਕਰਾਉਣ ਵਾਸਤੇ ਸਿੱਖਾਂ ਨੂੰ ਚੁੱਕ ਦੇਣ ਵਾਲੇ ਸਭ ਤੋਂ ਅੱਗੇ ਮਹਾਤਮਾ ਗਾਂਧੀ ਸਨ, ਪਰ ਇਸ ਗਲਤ ਕਦਮ ਦਾ ਖਮਿਆਜਾ ਸਿੱਖਾਂ ਨੂੰ ਬਹੁਤ ਜ਼ਿਆਦਾ ਭੁਗਤਣਾ ਪਿਆ। ਇਸ ਦਿਨ ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਨੇ ਸਿੱਖਾਂ ਨਾਲ ਹਮੇਸ਼ਾ ਵਧੀਕੀਆਂ ਹੀ ਕੀਤੀਆਂ, ਉਹਨਾਂ ਨਾਲ ਹਮਦਰਦੀ ਖਤਮ ਹੋ ਗਈ। ਦੂਜੇ ਪਾਸੇ ਮੁਸਲਮਾਨਾਂ ਨੇ ਅੰਗਰੇਜ਼ੀ ਸਰਕਾਰ ਨਾਲ ਮਿਲਵਰਤਨ ਕਰੀ ਰੱਖਿਆ ਤੇ ਹਰ ਮੌਕੇ ਤੇ ਉਹਨਾਂ ਦੇ ਪਾਸੋਂ ਬਣਦਾ ਮਦਦ ਵੀ ਲਈ ਤੇ ਆਪਣਾ ਦੇਸ਼ ਵੀ ਲੈ ਲਿਆ। ਆਪਣਾ ਦੇਸ਼ ਵੀ ਵੱਖਰਾ ਜਿਹੜਾ ਸੀ ਉਹ ਲੈ ਲਿਆ, ਪਰ ਸਿੱਖ ਆਗੂਆਂ ਦੀ ਉਸ ਵੇਲੇ ਦੀ ਦੂਰਅੰਦੇਸ਼ੀ ਨਹੀਂ ਸੀ ਜਿਹੜੇ ਉਹਨੇ ਨਾ ਮਿਲਵਰਤਨ ਦਾ ਮਤਾ ਲੈ ਕੇ ਉਹ ਜਿਹੜਾ ਸੀ ਕਰਕੇ ਉਹ ਸਿੱਖਾਂ ਨੂੰ ਇੱਕ ਨੁਕਸਾਨ ਜਿਹੜਾ ਸੀ ਪਹੁੰਚਾ ਦਿੱਤਾ। ਮਹਾਤਮਾ ਗਾਂਧੀ ਦਾ ਕਿੰਨਾ ਦਖਲ ਸਿੱਖਾਂ ਵਿੱਚ ਵੱਧ ਗਿਆ ਸੀ ਉਹਦਾ ਮੈਂ ਜ਼ਿਕਰ ਵੀ ਕਰਨਾ ਚਾਹੁੰਦਾ। ਇੰਨਾ ਜ਼ਿਆਦਾ ਅਸਰ ਹੋ ਗਿਆ ਕਿ ਸ਼੍ਰੋਮਣੀ ਕਮੇਟੀ ਨੇ 10-11 ਮਈ 1921 ਦੀ ਮੀਟਿੰਗ ਵਿੱਚ ਪਾਸ ਕੀਤਾ ਕਿ 9 ਜੂਨ ਤੋਂ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਸਿਰਫ ਸੁਦੇਸ਼ੀ ਖੱਦਰ ਦੇ ਹੋਇਆ ਕਰਨਗੇ, ਕਿਉਂਕਿ ਮਹਾਤਮਾ ਗਾਂਧੀ ਖੱਦਰ ਪਾਉਂਦਾ ਸੀ ਤੇ ਸਵਦੇਸ਼ੀ ਤੇ ਨਾ ਮਿਲਵਰਤਨ ਦੀ ਲਹਿਰ ਦੇ ਵਿੱਚ ਲਿਖਿਆ ਸੀ ਕਿ ਖੱਦਰ ਪਾਓ। ਉਸ ਸ਼੍ਰੋਮਣੀ ਕਮੇਟੀ ਨੇ ਇੰਨਾ ਕੁ ਪ੍ਰਭਾਵ ਪੈ ਚੁੱਕਾ ਸੀ ਮਹਾਤਮਾ ਗਾਂਧੀ ਦਾ। ਮੈਂ ਬੇਨਤੀ ਕਰਾਂ, ਜੋ ਹੁਣ ਤੁਸੀਂ ਦੇਖ ਰਹੇ ਹੋ ਸ਼੍ਰੋਮਣੀ ਕਮੇਟੀ ਦਾ ਹਾਲ, ਉਸ ਵੇਲੇ ਸ਼ੁਰੂ ਉਸ ਵੇਲੇ ਹੋਈ ਸੀ ਜਦੋਂ ਇਹਨਾਂ ਬੰਦਿਆਂ ਦੇ ਦਖਲ ਅਧੀਨ ਸਾਡੇ ਆਗੂ ਜਿਹੜੇ ਫਸ ਗਏ ਸਨ। ਦੂਰਦ੍ਰਿਸ਼ਟੀ ਦੀ ਕਮੀ ਹੋਣ ਕਰਕੇ, ਲੰਬੀ ਸੋਚ ਦੀ ਲੰਬੀ ਨਜ਼ਰ ਨਿਹਾਲੀਏ ਵਾਲੀ ਜਿਹੜੀ ਗੱਲ ਸੀ ਉਹ ਨਾ ਹੋਣ ਕਰਕੇ ਉਹਦਾ ਖਮਿਆਜਾ ਅੱਜ 100 ਸਾਲ ਬਾਅਦ ਵੀ ਅਸੀਂ ਭੁਗਤ ਰਹੇ, ਜਿਹੜਾ ਇਹ ਕੰਮ ਜਿਹੜਾ ਸ਼ੁਰੂ ਹੋਇਆ ਸੀ। ਉਹਨਾਂ ਨੇ ਇੱਕ ਮੀਟਿੰਗ ਕਰਕੇ ਮਤਾ ਪਾਸ ਕੀਤਾ ਕਿ 9 ਜੂਨ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲੇ ਸੁਦੇਸ਼ੀ ਖੱਦਰ ਦੇ ਹੋਇਆ ਕਰਨ ਤੇ ਕੜਾਹ ਪ੍ਰਸ਼ਾਦ ਵਿੱਚ ਖੰਡ ਦੀ ਥਾਂ ਤੇ ਸੁਦੇਸ਼ੀ ਖੰਡ, ਜਿਹਨੂੰ ਸ਼ੱਕਰ ਅਸੀਂ ਕਹਿੰਦੇ ਆ, ਉਹ ਵਰਤੀ ਜਾਇਆ ਕਰੇ। ਇਸ ਸੰਬੰਧੀ ਅਕਾਲ ਤਖ਼ਤ ਸਾਹਿਬ ਦੇ ਨਾਂ ਤੇ ਹੁਕਮਨਾਮਾ ਵੀ ਜਾਰੀ ਕੀਤਾ ਤੇ ਫਿਰ ਇਸ ਹੁਕਮਨਾਮੇ ਦੇ ਇਸ਼ਤਿਹਾਰ ਛਾਪ ਕੇ ਵੰਡੇ ਵੀ ਗਏ। ਉਸ ਦੀ ਕਾਪੀ ਵੀ ਜਿਹੜੀ ਹੈ ਉਹ ਮੈਂ ਆਪ ਜੀ ਨਾਲ ਪੜ੍ਹ ਕੇ ਜ਼ਰੂਰ ਸਾਂਝੀ ਕਰਾਂਗਾ। ਜਿਹੜੀ ਉਸ ਦੇ ਵਿੱਚ ਲਿਖਿਆ ਹੋਇਆ ਮੈਟਰ ਹੈ ਉਹ ਮੈਂ ਆਪ ਜੀ ਦੇ ਨਾਲ ਜ਼ਰੂਰ ਸਾਂਝੀ ਕਰਾਂਗਾ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਉਹਦੇ ਵਿੱਚ ਕੀ ਕੁਝ ਜਿਹੜਾ ਸੀ ਉਹ ਲਿਖਿਆ ਗਿਆ ਸੀ। ਤੇ ਉਹਦੇ ਤੇ ਲਿਖਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਕਮਨਾਮਾ ਸ਼੍ਰੀ ਅਕਾਲ ਤਖ਼ਤ ਅੰਮ੍ਰਿਤਸਰ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਵਦੇਸ਼ੀ ਦੇ ਪ੍ਰਚਾਰ ਦੇ ਗੁਰਮਤਿ ਲਈ ਵਰਕਿੰਗ ਕਮੇਟੀ ਫੈਸਲਾ ਕਰਦੀ ਹੈ ਕਿ ਸ਼੍ਰੀ ਅਕਾਲ ਤਖ਼ਤ ਵੱਲੋਂ ਇਹ ਹੁਕਮ ਸਭ ਪੰਥ ਵੱਲ ਘੱਲਿਆ ਜਾਵੇ ਕਿ ਹਰ ਇੱਕ ਗੁਰਦੁਆਰੇ, ਧਰਮਸ਼ਾਲਾ, ਠਿਕਾਣੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਪੁਸ਼ਾਕ ਸਵਦੇਸ਼ੀ ਕੱਪੜੇ ਦੀ ਕਰ ਦਿੱਤੀ ਜਾਵੇ ਤੇ ਘੱਟ ਤੋਂ ਘੱਟ ਇੱਕ ਰੁਮਾਲ ਖੱਦਰ ਦਾ ਹੋਵੇ ਤੇ ਜੋ ਕਾਲੇ ਰੰਗ ਵਿੱਚ ਰੰਗਿਆ ਹੋਵੇ ਤਾਂ ਹੋਰ ਵੀ ਚੰਗਾ ਹੈ। ਜੋ ਵਿਦੇਸ਼ੀ ਰੁਮਾਲ ਅੱਗੇ ਮੌਜੂਦ ਹੋਣ ਉਹਨਾਂ ਨੂੰ ਹਾਲਾਂ ਅੰਦਰ ਰੱਖ ਦਿੱਤਾ ਜਾਵੇ। ਇਹ ਗੱਲ ਕਰਨ ਲਈ 9 ਜੂਨ ਮੁਤਾਬਕ 27 ਜੇਠ ਵੀਰਵਾਰ ਮੁਕਰਰ ਕੀਤਾ ਜਾਂਦਾ ਹੈ। ਇਹ ਦਿਨ ਖਾਲਸੇ ਦੀ ਪਹਿਲੀ ਸ਼ਹੀਦੀ ਦਾ ਹੈ, ਕਿਉਂਕਿ ਇਸ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਨਮੋਲ ਅੰਮ੍ਰਿਤ ਬਾਣੀ ਦਾ ਸਾਗਰ ਰੱਖਣ ਦੀ ਖਾਤਰ ਸ਼ਹੀਦ ਹੋਏ ਸਨ ਤੇ ਇਸੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਦੇਸ਼ੀ ਬਾਣੇ ਤੋਂ ਪਵਿੱਤਰ ਕਰਨਾ ਚਾਹੀਦਾ ਹੈ। ਇਸ ਲਈ 9 ਤਰੀਕ ਸਵੇਰ ਦੀ ਦੀਵਾਨ ਮਗਰੋਂ ਅਰਦਾਸਾ ਸੋਧ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੋਸ਼ਾਕਾ ਸੁਦੇਸ਼ੀ ਕਰ ਦਿੱਤਾ ਜਾਵੇ ਤੇ ਅੱਗੇ ਲਈ ਮਹਾਰਾਜ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦੀ ਦੇਗ ਵੀ ਸੁਦੇਸ਼ੀ ਖੰਡ ਦੀ ਹੀ ਪੇਸ਼ ਕੀਤੀ ਜਾਵੇ। ਉਸ ਦਿਨ ਤੋਂ ਸਭ ਸਾਧ ਸੰਗਤ ਵੀ ਸੱਚੇ ਦਿਲ ਨਾਲ ਸੁਦੇਸ਼ੀ ਕੱਪੜੇ ਪਹਿਨਣ ਦਾ ਯਤਨ ਕਰੇ। ਜਦ ਤੱਕ ਗੁਰਦੁਆਰਿਆਂ ਦਾ ਪ੍ਰਬੰਧ ਪਵਿੱਤਰ ਤੇ ਪੰਥ ਦੇ ਹੱਥ ਵਿੱਚ ਨਾ ਆ ਜਾਵੇ, ਬੇਦੋਸ਼ ਪੰਥ ਸੇਵਕ ਜੋ ਗੁਰਦੁਆਰਿਆਂ ਦੇ ਸੁਧਾਰ ਦੀ ਖਾਤਰ ਜੇਲ੍ਹਾਂ ਵਿੱਚ ਕਸ਼ਟ ਸਹਾਰ ਰਹੇ ਹਨ, ਸਾਡੇ ਵਾਪਸ ਨਾ ਆ ਜਾਣ। ਇਹ ਥੱਲੇ ਇੱਕ ਨੋਟ ਦਿੱਤਾ ਹੋਇਆ, ਹਰ ਇੱਕ ਸਿੱਖ ਦਾ ਫਰਜ਼ ਹੈ ਕਿ ਇਸ ਹੁਕਮਨਾਮੇ ਦੀ ਖਬਰ ਦੀ ਥਾਂ 9 ਜੂਨ ਤੋਂ ਪਹਿਲਾਂ ਪਹੁੰਚਾਵੇ, ਤਮੀਲ ਕਰਾਵੇ। ਜੇਕਰ ਕਿਸੇ ਦੀ ਥਾਂ 9 ਤਰੀਕ ਤੋਂ ਮਗਰੋਂ ਖਬਰ ਪਹੁੰਚੇ ਤਾਂ ਖਬਰ ਹੁੰਦੇ ਸਾਰ ਇਸ ਹੁਕਮਨਾਮੇ ਦੀ ਤਮੀਲ ਕਰਨੀ ਸ਼ੁਰੂ ਕਰ ਦੇਣ। ਦਾਸ ਤਾਰਾ ਸਿੰਘ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ ਕਾਰਪੋਰੇਸ਼ਨ ਪ੍ਰਿੰਟਿੰਗ ਪ੍ਰੈਸ ਅੰਮ੍ਰਿਤਸਰ ਦੇ ਵਿੱਚ ਇਹ ਜਿਹੜਾ ਛਾਪਿਆ ਗਿਆ ਪੈਪਲੇਟ ਜਿਹੜਾ ਮੈਂ ਆਪ ਜੀ ਦੇ ਨੂੰ
ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਜਿਹੜਾ ਰੈਜ਼ੋਲੂਸ਼ਨ ਦਾ ਮੈਟਰ ਸੀ ਉਹ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਇਹ ਹੁਕਮਨਾਮਾ ਜਦੋਂ ਜਾਰੀ ਹੋ ਗਿਆ, ਸ਼੍ਰੋਮਣੀ ਕਮੇਟੀ ਕਾਇਮ ਹੋਣ ਬਾਰੇ ਅਕਤੂਬਰ 1920 ਦੇ ਹੁਕਮਨਾਮੇ ਵਾਂਗ ਇਹ ਹੁਕਮਨਾਮਾ ਸ਼੍ਰੋਮਣੀ ਕਮੇਟੀ ਨੇ ਆਪਣੇ ਨਾਂ ਤੇ ਨਹੀਂ ਬਲਕਿ ਅਕਾਲ ਤਖਤ ਦੇ ਨਾਂ ਤੇ ਜਾਰੀ ਕੀਤਾ। ਅਜੇ ਵੀ ਖੋਤੀ ਜਥੇਦਾਰ ਜਾਂ ਕੋਈ ਅਖੌਤੀ ਹੁਕਮਨਾਮਾ ਸ਼ੁਰੂ ਨਹੀਂ ਹੋਇਆ ਸੀ। ਭਾਵ ਉਸ ਵੇਲੇ ਅਜੇ ਕੋਈ ਜਥੇਦਾਰ ਦੇ ਨਾਂ ਥੱਲੇ ਨਹੀਂ ਸੀ ਹੁੰਦਾ, ਜਿਹੜਾ ਕਿ 1980 ਜਾਂ 78 ਤੋਂ ਬਾਅਦ ਜਾ ਕੇ ਇਹ ਸਾਰਾ ਕੁਝ ਚੇਂਜ ਹੋਇਆ। ਪਹਿਲਾਂ ਇਸ ਤਰ੍ਹਾਂ ਨਾਮ ਨਹੀਂ ਸੀ ਵਰਤੇ ਜਾਂਦੇ, ਜੋ 1978 ਤੋਂ ਬਾਅਦ ਤਬਦੀਲੀ ਹੋਈ। ਖੈਰ ਇਹ ਅਲੱਗ ਵਿਸ਼ਾ ਹੈ, ਮੈਂ ਫਿਰ ਕਿਤੇ ਵਿਚਾਰਾ ਕਰਾਂਗਾ। ਇਸ ਤੋਂ ਬਾਅਦ ਨਨਕਾਣਾ ਸਾਹਿਬ ਦੇ ਸਾਕੇ ਮਗਰੋਂ ਸਿੱਖਾਂ ਨੇ ਰੋਸ ਵਜੋਂ ਕਾਲੀਆਂ ਦਸਤਾਰਾਂ ਤੇ ਕਾਲੇ ਦੁਪੱਟੇ ਪਹਿਨਣੇ ਸ਼ੁਰੂ ਕਰ ਦਿੱਤੇ। ਨਨਕਾਣਾ ਸਾਹਿਬ ਵਿੱਚ ਕਾਲੇ ਰੰਗ ਦੇ ਕੜਾਏ ਭਰੇ ਹੋਏ ਪਏ ਸਨ ਤੇ ਉੱਥੇ ਦਸਤਾਰਾਂ ਤੇ ਦੁਪੱਟੇ ਜਿਹੜੇ ਸਨ ਉਹ ਕਾਲੇ ਰੰਗ ਵਿੱਚ ਰੰਗਾ ਕੇ ਜਾਂਦੇ ਸਨ। ਸਿੱਖਾਂ ਨੇ ਫੈਸਲਾ 1 ਸਾਲ ਵਾਸਤੇ ਕੀਤਾ ਸੀ, ਪਰ ਉਸ ਦਿਨ ਤੋਂ ਬਾਅਦ ਇਹ ਕਾਲੀ ਦਸਤਾਰ ਜਿਹੜੀ ਸੀ ਆਮ ਤੌਰ ਤੇ ਸਿੱਖਾਂ ਦਾ ਪੱਕਾ ਰੰਗ ਹੀ ਬਣ ਗਿਆ। ਤੇ ਸਾਡੇ ਵਰਦੀ ਦਾ ਹਿੱਸਾ ਵੀ ਜੋ ਅਸੀਂ ਬੰਨ੍ਹਦੇ ਹਾਂ, ਲਗਭਗ ਕਾਲੇ ਨੇ ਵੀ ਇੱਕ ਉਸੇ ਯਾਦ ਦੇ ਵਿੱਚ ਕਾਲੀ ਦਸਤਾਰ ਬੰਨ੍ਹਣ ਦਾ ਸਾਨੂੰ ਆਦੇਸ਼ ਕੀਤਾ ਸੀ ਵੀ ਤੁਹਾਡੀ ਵਰਦੀ ਦਾ ਹਿੱਸਾ ਕਾਲੀ ਦਸਤਾਰ ਤੇ ਚਿੱਟੀ ਥੱਲੇ ਛੋਟੀ ਦਸਤਾਰ ਹੋਣੀ ਚਾਹੀਦੀ ਹੈ। ਅਸੀਂ ਵੀ ਜਦੋਂ ਦਾ ਕਾਲੇ ਨਾਲ ਜੁੜੇ ਲਗਭਗ 99% ਕਾਲੀ ਦਸਤਾਰ ਹੀ ਬੰਨੀ ਦੀ ਹੈ। ਕੋਈ ਇੱਕ ਅੱਧੀ ਨੇਵੀ ਬਲੂ ਹੈ ਜਿਹੜੀ ਕਿਤੇ ਕਿਤੇ ਬੰਨ ਲਈ ਦੀ। ਖੈਰ, ਮਹੰਤ ਦੇ ਉੱਤੇ ਮੁਕੱਦਮਾ ਚੱਲਣਾ ਸੀ। ਮੁਕੱਦਮਾ ਸ਼ੁਰੂ ਹੋਇਆ 5 ਅਪ੍ਰੈਲ 1921 ਨੂੰ ਮਹੰਤ ਨਾਰਾਇਣ ਦਾਸ ਤੇ। ਇਹ ਸਵਾਲ ਸੀ ਮਹੰਤ ਦਾ ਕੀ ਬਣਿਆ, ਉਹਦਾ ਮੈਂ ਜ਼ਿਕਰ ਕਰ ਰਿਹਾ ਹਾਂ। ਮਹੰਤ ਨੇ ਆਪਣੇ ਏਜੰਟਾਂ ਨੇ ਜਿਹੜੇ ਗਵਾਹ ਸੀ ਉਹਨਾਂ ਨੂੰ ਬੜੀਆਂ ਰਕਮਾਂ ਦੀ ਪੇਸ਼ਕਸ਼ ਕੀਤੀ, ਪਰ ਫਿਰ ਵੀ ਬਹੁਤੇ ਗਵਾਹਾਂ ਨੂੰ ਉਹ ਮੁਕਰਵਾ ਨਾ ਸਕਿਆ, ਕਿਉਂਕਿ ਸਾਕਾ ਹੀ ਐਸਾ ਦਿਲ ਨੂੰ ਟੁੰਬਣ ਵਾਲਾ ਸੀ। ਮਹੰਤ ਦਾ ਇੱਕ ਸਾਥੀ ਜੋਗੀ ਹਰੀ ਨਾਥ ਉਹ ਇਕਬਾਲੀਆ ਬਣ ਗਿਆ, ਜਿਹਨੂੰ ਕਹਿੰਦੇ ਨੇ ਸਰਕਾਰੀ ਗਵਾਹ ਹੋ ਗਿਆ। ਤੇ 3 ਅਗਸਤ 1921 ਨੂੰ ਉਸਦੇ ਇਕਬਾਲੀਆ ਬਿਆਨ ਦੇ ਕੇ ਆਪਣਾ ਬਿਆਨ ਦੇ ਕੇ ਸਾਰੀ ਤਫਸੀਲ ਦੱਸ ਦਿੱਤੀ, ਡਿਟੇਲ ਦੱਸ ਦਿੱਤੀ ਸਾਰੀ ਵੀ ਕੀ ਉੱਥੇ ਹੋਇਆ ਸੀ, ਕਿਸ ਤਰ੍ਹਾਂ ਹੋਇਆ ਸੀ। ਇਹਨੂੰ ਗਵਾਹ ਕਹਿੰਦੇ ਅਸੀਂ ਵੀ ਸਰਕਾਰੀ ਗਵਾਹ ਬਣ ਜਾਣਾ। ਉਸਨੇ ਦੱਸਿਆ ਵੀ ਕਤਲੇਆਮ ਵਿੱਚ ਮਹੰਤ ਦੇ 30-40 ਬੰਦੇ ਸ਼ਾਮਲ ਸਨ। ਰਿਹਾਣਾ ਤੇ ਰਾਂਝਾ ਬਦਮਾਸ਼ ਕੰਧ ਤੇ ਚੜ੍ਹ ਕੇ ਗੋਲੀਆਂ ਚਲਾਉਂਦੇ ਰਹੇ। ਲਾਲ ਦਾਸ ਗੋਮੀ, ਗੁਰਮੁਖ ਦਾਸ, ਪਿਆਰਾ ਦਾਸ ਤੇ 6-7 ਪਠਾਨ ਵੀ ਹਥਿਆਰਾਂ ਨਾਲ ਆ ਗਏ। ਭਾਗ ਸਿੰਘ ਅਮਲੀ ਤੇ ਜਗਨਨਾਥ ਪਿਸਤੌਲਾਂ ਫੜ ਕੇ ਆਏ। ਸਾਖਾ ਸਿੰਘ ਵੀ ਬੰਦੂਕ ਲੈ ਕੇ ਆ ਗਿਆ। ਮਹੰਤ ਭੂਸਲੇ ਰੰਗ ਦੀ ਘੋੜੀ ਤੇ ਸਵਾਰ ਸੀ। ਜੋ ਉਹਨੇ ਬਿਆਨ ਦਿੱਤਾ ਮੈਂ ਉਹ ਤੁਹਾਨੂੰ ਸੁਣਾ ਰਿਹਾ। ਮਹੰਤ ਦੇ ਕਹਿਣ ਤੇ ਸਿੱਖਾਂ ਦਾ ਕਤਲ ਸ਼ੁਰੂ ਹੋ ਗਿਆ। ਇੰਨੇ ਵਿੱਚ ਕੁਝ ਹੋਰ ਸਿੱਖ ਵੀ ਗੁਰਦੁਆਰੇ ਆਉਂਦੇ ਦਿਸੇ। ਮਹੰਤ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਵੀ ਮਾਰ ਦਿਓ। ਜਦ ਬਾਹਰ ਵਾਲੇ ਸਾਰੇ ਸਿੱਖ ਮਾਰ ਦਿੱਤੇ ਗਏ ਤਾਂ ਚੌਖੰਡੀ ਵਿੱਚ ਲੁਕੇ ਹੋਏ ਸਿੱਖਾਂ ਨੂੰ ਦਰਵਾਜ਼ੇ ਦੀਆਂ ਮੋਰੀਆਂ ਵਿੱਚੋਂ ਗੋਲੀਆਂ ਚਲਾ ਕੇ ਮਾਰ ਦਿੱਤਾ ਗਿਆ। ਇੱਕ 12 ਸਾਲ ਦੇ ਬੱਚੇ ਨੂੰ ਛੱਡ ਕੇ ਸਾਰੇ ਸਿੱਖ ਮਾਰ ਦਿੱਤੇ ਗਏ। ਫਿਰ ਇਹਨਾਂ ਦੀਆਂ ਲਾਸ਼ਾਂ ਤੇ ਜ਼ਖਮੀਆਂ ਨੂੰ ਧੂ ਕੇ ਸਾੜਨ ਵਾਸਤੇ ਲਿਆਂਦਾ ਗਿਆ। ਜ਼ਖਮੀਆਂ ਨੂੰ ਪਠਾਨ ਤੇ ਆਤਮਾ ਰਾਮ ਨੇ ਝੱਟ ਵੱਢ ਸੁੱਟਿਆ। ਬਲਦੀ ਅੱਗ ਵਿੱਚੋਂ 4 ਸਿੱਖ ਉੱਠ ਕੇ ਨਿਕਲੇ। ਉਹਨਾਂ ਨੂੰ ਛਵੀਆਂ ਮਾਰ ਕੇ ਮਾਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ। ਮਹੰਤ ਨੇ ਕਿਹਾ ਕਿ ਸਿਰਫ 3 ਸਿੱਖਾਂ ਤੇ ਇੱਕ ਸੰਤ ਰਾਮ ਦੀ ਲਾਸ਼ ਛੱਡ ਕੇ ਬਾਕੀ ਸਾਰੀਆਂ ਫੂਕ ਦਿਓ। ਉਹਨਾਂ 3 ਸਿੱਖਾਂ ਦੀਆਂ ਲਾਸ਼ਾਂ ਨੂੰ ਛੱਡ ਕੇ ਤੇ ਇੱਕ ਸੰਤ ਰਾਮ ਦੀ ਲਾਸ਼ ਜਿਹੜੀ ਛੱਡ ਕੇ ਬਾਕੀ ਸਾਰੀਆਂ ਸਾੜ ਦਿਓ। 150 ਲਾਸ਼ਾਂ ਨੂੰ ਸਾੜਨ ਵਾਸਤੇ ਲੱਕੜੀਆਂ ਥੋੜੀਆਂ ਸਨ। ਕਿਰਪਾ ਰਾਮ ਮਹੰਤ ਦਾ ਗੁਰ ਭਾਈ ਤੇ ਬਾਗੀ ਰਾਮ ਬਾਹਰ ਜਾ ਕੇ ਹੋਰ ਲੱਕੜਾਂ ਲੈ ਕੇ ਆਏ। ਇਸ ਮਗਰੋਂ ਮਹੰਤ ਦੇ ਬਾਕੀ ਜਣੇ ਬੈਠ ਕੇ ਰੱਜ ਕੇ ਸ਼ਰਾਬ ਪੀਣ ਲੱਗ ਪਏ। ਉਹਨੇ ਫਿਰ ਇਹ ਵੀ ਦੱਸਿਆ ਕਿ ਮਹੰਤ ਦੇ ਬੰਦਿਆਂ ਨੇ ਕਈ ਗਵਾਹਾਂ ਨੂੰ ਰਿਸ਼ਵਤ ਦਿੱਤੀ ਹੈ। ਸਾਰਿਆਂ ਨੂੰ 1-1000 ਰੁਪਏ ਮਿਲੇ ਹਨ। ਨਨਕਾਣੇ ਸਾਹਿਬ ਦੇ ਗਵਾਹਾਂ ਨੂੰ 500, 400 ਤੇ 300 ਰੁਪਏ ਮਿਲੇ ਹਨ। ਇਸ ਕਰਕੇ ਅਮਰ ਸਿੰਘ ਪਟਵਾਰੀ, ਤੀਰਥ ਸਿੰਘ ਤੇ ਗੁਰਾ ਦਿੱਤਾ ਇਹ ਸਾਰੇ ਮੁਕਰਾ ਦਿੱਤੇ ਗਏ ਹਨ। ਮੈਂ ਇਹ ਬਿਆਨ ਪਹਿਲਾਂ ਵੀ ਦੇਣ ਲੱਗਾ ਸੀ, ਪਰ ਮਹੰਤ ਨੇ ਮੇਰੇ ਤਰਲੇ ਕੀਤੇ ਤੇ ਉਸਦੇ ਵਕੀਲ ਨੇ ਵੀ ਮੈਨੂੰ ਰੋਕ ਦਿੱਤਾ। ਮੈਂ ਵੀ ਇਹ ਸੋਚਿਆ ਸੀ ਕਿ ਜੇ ਮੈਂ ਬਿਆਨ ਦਿੱਤਾ ਤਾਂ ਮਹੰਤ ਦੇ ਬੰਦੇ ਮੈਨੂੰ ਜਿਉਂਦਿਆਂ ਨਹੀਂ ਛੱਡਣਗੇ। ਇਹ ਅਕਾਲੀ ਲਹਿਰ
11 ਤੇ 12 ਅਗਸਤ 1921 ਦੇ ਵਿੱਚ ਇਹ ਸਾਰਾ ਇਕਬਾਲੀਆ ਬਿਆਨ ਉਹਦਾ ਛਪਿਆ ਹੋਇਆ ਹੈ, ਜਿਹੜਾ ਮੈਂ ਆਪ ਜੀ ਦੇ ਨਾਲ ਜ਼ਿਕਰ ਕੀਤਾ ਹੈ। ਉਹਦੇ ਕਟਿੰਗ ਦੇ ਵਿੱਚੋਂ ਹੀ ਇਹ ਮੈਟਰ ਜਿਹੜਾ ਹੈ ਆਪ ਜੀ ਦੇ ਨਾਲ ਸਾਂਝਾ ਕੀਤਾ ਗਿਆ ਹੈ। ਸੈਸ਼ਨ ਦੀ ਕੋਰਟ ਨੇ ਸੈਸ਼ਨ ਅਦਾਲਤ ਵੱਲੋਂ 12 ਅਕਤੂਬਰ 1921 ਨੂੰ ਮਹੰਤ ਤੇ ਉਸਦੇ ਜਿਹੜੇ 7 ਸਾਥੀ ਸਨ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। 8 ਨੂੰ ਉਮਰ ਕੈਦ, 16 ਨੂੰ 7 ਸਾਲ ਦੀ ਕੈਦ ਤੇ 16 ਨੂੰ ਬਰੀ ਕਰ ਦਿੱਤਾ। ਬਾਅਦ ਵਿੱਚ ਹਾਈ ਕੋਰਟ ਨੇ 3 ਮਾਰਚ 1922 ਨੂੰ ਮਹੰਤ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ। ਬਾਕੀਆਂ ਵਿੱਚੋਂ ਸਿਰਫ 3 ਨੂੰ ਫਾਂਸੀ ਤੇ 2 ਨੂੰ ਉਮਰ ਕੈਦ ਦਿੱਤੀ ਤੇ ਬਾਕੀ ਸਾਰਿਆਂ ਨੂੰ ਬਰੀ ਕਰ ਦਿੱਤਾ ਹਾਈ ਕੋਰਟ ਨੇ। ਅੰਗਰੇਜ਼ ਜੱਜ ਨੇ ਰਿਸ਼ਵਤ ਲੈ ਕੇ ਮਹੰਤ ਦੀ ਸਜ਼ਾ ਘਟਾਈ। ਖਿਆਲ ਕਰਨਾ, ਹਾਈ ਕੋਰਟ ਦੇ ਇਨਸਾਫ ਪਸੰਦ ਅੰਗਰੇਜ਼ ਜੱਜ ਨੇ ਲਿਖਿਆ ਕਿ ਮਹੰਤ ਨੂੰ ਹੱਕ ਪਹੁੰਚਦਾ ਸੀ ਕਿ ਉਹ ਆਪਣੀ ਹਿਫਾਜ਼ਤ ਵਾਸਤੇ ਕਦਮ ਉਠਾਵੇ। ਉਹਨੇ ਜੋ ਲਿਖਿਆ, ਜਿਹਨੂੰ ਇਨਸਾਫ ਪਸੰਦ ਕਹਿੰਦੇ ਸਨ, ਇੱਥੇ ਉਹੀ ਹਾਲਤ ਹੋਈ ਹੈ। ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੜ ਰਿਹਾ, ਕੂੜ ਮਾਵ ਸੱਚ ਚੰਦਰਮਾ ਦਿਸੇ ਨਾਹੀ, ਕਹਿ ਚੜਿਆ ਵਾਲੀ ਅਵਸਥਾ ਸੀ। ਇੱਥੇ ਰਾਜੇਸ਼ੀ ਮੁਕੱਦਮ ਕੁੱਤੇ ਵਾਲੀ ਗੱਲ ਜਿਹੜੀ ਗੁਰੂ ਸਾਹਿਬ ਨੇ ਲਿਖੀ, ਉਹ ਬਾਣੇ ਵਾਪਰਦੇ ਰਹੇ ਹਨ। ਚਾਹੁੰਦੇ ਇਨਸਾਫ ਪਸੰਦ ਹਨ, ਪਰ ਕਾਦੀ ਕੂੜ ਬੋਲ ਮਲ ਖਾਏ ਦੀ ਕਹਿਣ ਮੁਤਾਬਕ ਇਨਸਾਫ ਦੀ ਕੁਰਸੀ ਤੇ ਬੈਠ ਕੇ ਵੀ ਬੇਇਨਸਾਫੀਆਂ ਕਮਾ ਰਹੇ ਹਨ। ਮਹੰਤ ਉਹ ਲਿਖਦਾ, ਮਹੰਤ ਨੂੰ ਹੱਕ ਪਹੁੰਚਦਾ ਸੀ ਕਿ ਆਪਣੀ ਹਿਫਾਜ਼ਤ ਵਾਸਤੇ ਕਦਮ ਉਠਾਵੇ। ਉਹ ਨਿਰਾਸ਼ਤਾ ਤੇ ਮਜ਼ਲੂਮੀਅਤ ਦੇ ਡੂੰਘੇ ਅਹਿਸਾਸ ਦਾ ਸ਼ਿਕਾਰ ਹੋ ਗਿਆ ਸੀ ਅਤੇ ਹੈਰਾਨੀ ਵਾਲੀ ਗੱਲ ਨਹੀਂ ਕਿ ਉਸਦਾ ਦਿਮਾਗੀ ਤਵਾਜ਼ਨ ਜਾਂਦਾ ਰਿਹਾ ਤੇ ਉਸਨੂੰ ਇਹੋ ਜਿਹਾ ਕਾਰਾ ਕੀਤਾ। ਕਹਿੰਦਾ ਉਹਨੇ ਦਿਮਾਗੀ ਜਦੋਂ ਦਾ ਤਵਾਜ਼ਨ ਖਰਾਬ ਹੋ ਗਿਆ ਸੀ ਤਾਂ ਉਹਨੇ ਇਹੋ ਜਿਹਾ ਕਾਰਾ ਕੀਤਾ। ਕਿਹਾ ਜਾਂਦਾ ਹੈ ਕਿ ਇਸ ਜੱਜ ਨੇ ਮਹੰਤ ਤੋਂ ਵੱਡੀ ਰਿਸ਼ਵਤ ਲਈ ਸੀ। ਮਹੰਤ ਨੇ ਬਹੁਤੀ ਕੈਦ ਦਿੱਲੀ ਦੇ ਜੇਲ੍ਹ ਵਿੱਚ ਅੰਗਰੇਜ਼ ਕੈਦੀਆਂ ਦੀ ਬੈਰਕ ਦੇ ਵਿੱਚ ਉਹਨਾਂ ਦੇ ਨਾਲ ਹੀ ਕੱਟੀ, ਜਿੱਥੇ ਉਹਨਾਂ ਨੂੰ ਅੰਗਰੇਜ਼ਾਂ ਵਾਲੀਆਂ ਸਾਰੀਆਂ ਸਹੂਲਤਾਂ ਦੇ ਦਿੱਤੀਆਂ ਗਈਆਂ। ਬਾਅਦ ਵਿੱਚ 1930 ਦੇ ਵਿੱਚ ਹੀ ਨਰੈਣ ਨੂੰ ਮਹੰਤ ਰਿਹਾ ਹੋ ਗਿਆ ਸੀ। ਸਿਰਫ 8 ਸਾਲ ਦੀ ਸਜ਼ਾ ਭੁਗਤ ਗਈ ਤੇ ਜਲੰਧਰ ਜ਼ਿਲ੍ਹੇ ਦੇ ਵਿੱਚ ਆਦਮਪੁਰ ਦੇ ਨੇੜੇ ਕਿਸੇ ਪਿੰਡ ਵਿੱਚ ਜਾ ਕੇ ਰਿਹਾ, ਜਿਹਦਾ ਜੇ ਪੂਰਾ ਜ਼ਿਕਰ ਮੈਨੂੰ ਨਹੀਂ ਮਿਲ ਸਕਿਆ ਕਿ ਕਿਹੜਾ ਪਿੰਡ ਸੀ, ਕਿਉਂਕਿ ਆਦਮਪੁਰ ਦੇ ਨੇੜੇ ਦੇ ਪਿੰਡਾਂ ਨੂੰ ਲਗਭਗ ਮੈਂ ਜਾਣਦਾ, ਸਾਰੇ ਪਿੰਡਾਂ ਨੂੰ, ਆਲਮੋਸਟ ਪਿੰਡਾਂ ਦੇ ਨਾਲ ਮੇਰਾ ਵਾਹ ਵੀ ਕਾਫੀ ਰਿਹਾ। ਪਰ ਮੈਨੂੰ ਅਜੇ ਤੱਕ ਇਹਦਾ ਇਹ ਨਹੀਂ ਪਤਾ ਲੱਗ ਸਕਾ ਵੀ ਇਹਦਾ ਕਿੱਥੇ ਸੀ। ਪਰ ਇਹ ਕਿਹਾ ਜਾਂਦਾ ਹੈ, ਜੋ ਇਤਿਹਾਸ ਦੇ ਵਿੱਚ ਮਿਲਦਾ ਹੈ, ਕਿ 1930 ਦੇ ਵਿੱਚ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਨਰੈਣੂ ਜਿਹੜਾ ਸੀ ਜਲੰਧਰ ਜ਼ਿਲ੍ਹੇ ਦੇ ਵਿੱਚ ਆਦਮਪੁਰ ਦੇ ਨੇੜੇ ਕਿਸੇ ਪਿੰਡ 'ਚ ਰਿਹਾ ਤੇ ਸਿੱਖਾਂ ਦੇ ਸਾਹਮਣੇ ਹੀ ਉੱਦਾਂ ਹੀ ਦੰਦ ਲਾਉਂਦਾ ਰਿਹਾ ਜਾਂ ਬੜਕਾ ਮਾਰਦਾ ਰਿਹਾ। ਇਸ ਨੂੰ ਇਸਦੇ ਜ਼ੁਲਮਾਂ ਦੀ ਸਜ਼ਾ ਦੇਣ ਵਾਸਤੇ ਕਿਸੇ ਕਹਿ ਲਵਾਂ ਮੈਂ ਭਗਤ ਸਿੰਘ ਜਾਂ ਊਧਮ ਸਿੰਘ ਦਾ ਮੱਥਾ ਨਾ ਕਿਤੇ ਠਰ ਪਿਆ। ਉਸ ਵੇਲੇ ਇਹ ਏਦਾਂ ਹੀ ਫਿਰਦਾ ਰਿਹਾ। ਇਸ ਤੋਂ ਬਾਅਦ ਗੁਰਦੁਆਰਿਆਂ ਦੀ, ਭਾਈ ਜੋਗਾ ਸਿੰਘ ਦੇ ਗੁਰਦੁਆਰੇ ਦੇ ਕਬਜ਼ੇ ਦੀ ਗੱਲ ਦਾਸਤਾਨ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਤੋਂ ਬਾਅਦ ਕਮਾਲੀਆਂ ਦਾ ਗੁਰਦੁਆਰਾ ਜ਼ਿਲ੍ਹਾ ਮਿੰਟਗੁਮਰੀ, ਹੁਣ ਸਾਹੀਵਾਲ, ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਫਿਰ ਗੁਰੂਸਰ ਸਤਲਾਨੀ ਜੋ 6ਵੇਂ ਪਾਤਸ਼ਾਹ ਦੀ ਯਾਦ ਵਿੱਚ ਅੰਮ੍ਰਿਤਸਰ ਦੇ ਵਿੱਚ ਬਣਿਆ ਹੋਇਆ ਹੈ। ਇਹ ਗੁਰਦੁਆਰਾ ਵੀ ਕਾਫੀ ਗੁਰਦੁਆਰਾ ਲਹਿਰ ਦੀ ਜਦੋਜਹਿਦ ਦੇ ਮਗਰੋਂ ਸਿੱਖਾਂ ਦੇ ਹੱਥਾਂ 'ਚ ਆਇਆ। ਹਾਂ, ਇਸ ਤੋਂ ਬਾਅਦ ਅੱਗੇ ਗੱਲ ਸ਼ੁਰੂ ਹੁੰਦੀ ਹੈ ਗੁਰਦੁਆਰਾ ਬਿੱਲ ਪਾਸ ਕਰਨ ਦੀ ਪਹਿਲੀ ਕੋਸ਼ਿਸ਼, ਗੁਰਦੁਆਰਾ ਐਕਟ ਜਿਹਨੂੰ ਅਸੀਂ ਕਹਿੰਦੇ ਹਾਂ। ਗੁਰਦੁਆਰਾ ਸੁਧਾਰ ਲਹਿਰ ਤੇਜ਼ ਹੋਣ ਤੋਂ 3-4 ਮਹੀਨੇ ਮਗਰੋਂ ਹੀ ਸਰਕਾਰ ਨੇ ਗੁਰਦੁਆਰਿਆਂ ਦੇ ਇੰਤਜ਼ਾਮ ਵਾਸਤੇ ਇੱਕ ਕਾਨੂੰਨ ਬਣਾਉਣ ਦੀ ਚਰਚਾ ਸ਼ੁਰੂ ਕਰ ਦਿੱਤੀ। ਸਿੱਖਾਂ ਦੀਆਂ ਜੜ੍ਹਾਂ 'ਚ ਤੇਲ ਦੇਣ ਦੇ ਲਈ ਇੱਕ ਐਕਟ ਐਸਾ ਬਣਾਉਣ ਦੀ ਗੱਲ ਕੀਤੀ, ਜਿਹੜਾ ਅੱਜ ਤੱਕ ਸਾਡੀਆਂ ਜੜ੍ਹਾਂ ਨੂੰ ਖੋਖਲੀਆਂ ਕਰ ਰਿਹਾ ਹੈ। 16 ਅਕਤੂਬਰ 1921 ਨੂੰ ਸਰਕਾਰ ਨੇ ਐਲਾਨ ਜਾਰੀ ਕੀਤਾ ਸੀ ਕਿ ਗੁਰਦੁਆਰਿਆਂ ਦੇ ਮੌਜੂਦਾ ਇੰਤਜ਼ਾਮ ਤੇ ਵਿਚਾਰ ਕਰਨ ਵਾਸਤੇ ਕੋਈ ਇੱਕ ਕਮੇਟੀ ਬਣਾਉਣ ਦੀ ਸੋਚ ਰਹੀ ਹੈ। ਇਸ ਸੰਬੰਧ ਵਿੱਚ ਇੱਕ ਮੀਟਿੰਗ ਮਾਰਚ 1921 ਵਿੱਚ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਸ ਮੀਟਿੰਗ ਦੇ ਵਿੱਚ ਅਕਾਲੀ ਲੀਡਰ, ਮਹੰਤਾਂ ਵੱਲੋਂ ਕਰਤਾਰ ਸਿੰਘ ਬੇਦੀ ਤੇ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਸੈਕਟਰੀ ਸ਼ੇਖ ਅਸਗਰ ਅਲੀ ਨੇ ਸ਼ਾਮਲ ਹੋਣਾ ਸੀ। ਪਰ ਨਨਕਾਣਾ ਸਾਹਿਬ ਦਾ ਸਾਕਾ ਵਰਤ ਬਿਆਨ ਕਰਕੇ ਇਹ ਮੀਟਿੰਗ ਨਾ ਹੋ ਸਕੀ। 14 ਮਾਰਚ 1921 ਨੂੰ ਪੰਜਾਬ ਦੇ ਵਿਦਿਆ ਮੰਤਰੀ ਮੀਆਂ ਫਜ਼ਲੀ ਹੁਸੈਨ ਨੇ ਕੌਂਸਲ ਦੇ ਵਿੱਚ ਇੱਕ ਮਤਾ ਰੱਖਿਆ
ਜਿਸ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਆਰਡੀਨੈਂਸ ਜਾਰੀ ਕਰਨ ਦਾ ਜ਼ਿਕਰ ਕੀਤਾ ਗਿਆ ਸੀ। ਇਸ ਮੁਤਾਬਕ ਇੱਕ ਗੁਰਦੁਆਰਾ ਕਮਿਸ਼ਨ ਜਿਹੜਾ ਹੈ ਉਹ ਬਣਾਇਆ ਜਾਣਾ ਹੈ ਜਾਂ ਬਣਾਇਆ ਜਾਣਾ ਸੀ। ਇਸ ਗੁਰਦੁਆਰਾ ਕਮਿਸ਼ਨ ਦੇ 4 ਮੈਂਬਰ ਹੋਣੇ ਸਨ। ਇੱਕ ਸਰਕਾਰੀ ਗੈਰ ਸਿੱਖ ਪ੍ਰਧਾਨ ਜਿਹਨੂੰ ਅਸੀਂ ਕਹਿੰਦੇ ਹਾਂ, ਇੱਕ ਸਰਕਾਰੀ ਸਿੱਖ ਨੁਮਾਇੰਦਾ ਤੇ ਕੌਂਸਲ ਦੇ ਸਿੱਖ ਮੈਂਬਰਾਂ ਵੱਲੋਂ ਪੇਸ਼ ਹੋਏ 8 ਨਾਵਾਂ ਦੇ ਪੈਨਲ ਵਿੱਚੋਂ 2 ਮੈਂਬਰ ਸਰਕਾਰ ਜਿਹੜੀ ਚੁਣੇਗੀ। ਫਿਰ ਇਸ ਵਿੱਚ ਸਿੱਖਾਂ ਦੀ ਤਾਰੀਫ ਵੀ ਨਹੀਂ ਸੀ ਦਿੱਤੀ ਹੋਈ ਜਾਂ ਪਰਿਭਾਸ਼ਾ ਨਹੀਂ ਸੀ ਦਿੱਤੀ। ਇਸ ਮੁਤਾਬਕ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਕਰਕੇ ਮਹੰਤਾਂ ਤੇ ਹੋਰ ਪੁਜਾਰੀਆਂ ਵਾਸਤੇ ਇੱਕ ਫਿਕਸ ਰਕਮ ਜਿਹੜੀ ਸੀ ਉਹ ਨਿਯਤ ਕੀਤੀ ਜਾਣੀ ਸੀ। ਇਸ ਆਰਡੀਨੈਂਸ ਦੇ ਖਿਲਾਫ ਹਿੰਦੂ ਕਾਉਂਸਲਰ ਖੁੱਲ ਕੇ ਸਾਹਮਣੇ ਆ ਗਏ। ਉਹਨਾਂ ਨੇ ਮਹੰਤਾਂ ਦੀ ਸਿੱਧੀ ਤੇ ਅਸਿੱਧੀ ਹਮਾਇਤ ਕੀਤੀ, ਮਦਦ ਕੀਤੀ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਿੱਖਾਂ ਵਿੱਚ ਕਈ ਫਿਰਕੇ ਹਨ ਤੇ ਹਰ ਇੱਕ ਦਾ ਇੱਕ ਦਾ ਨੁਮਾਇੰਦਾ ਕਮਿਸ਼ਨ ਵਿੱਚ ਹੋਵੇ, ਸਾਰਿਆਂ ਨੂੰ ਲੈਣਾ ਚਾਹੀਦਾ ਹੈ। ਤਾਂ ਉਹਨਾਂ ਮਹੰਤਾਂ ਦੇ ਨੁਮਾਇੰਦੇ ਵੀ ਲਵੋ, ਫਲਾਣੇ ਵੀ ਲਵੋ, ਸਾਰੇ ਜੋ ਉਹਨਾਂ ਨੇ ਕਿਹਾ। ਗਣਪਤ ਰਾਏ ਜੋ ਮਹੰਤ ਨਰਾਇਣ ਦਾਸ ਦਾ ਸਲਾਹਕਾਰ ਸੀ ਤੇ ਨਰਿੰਦਰ ਨਾਥ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਗੁਰਦੁਆਰਾ ਕਮਿਸ਼ਨ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ। ਹਿੰਦੂ ਤਾਂ ਚਾਹੁੰਦੇ ਹੀ ਸਨ ਕਿ ਇਸ ਦਾ ਮੁਖੀ ਕੋਈ ਯੂਰਪੀਅਨ ਹੋਵੇ ਤੇ ਸਿੱਖ ਨਹੀਂ ਹੋਣਾ ਚਾਹੀਦਾ, ਤਾਂ ਗੁਰਾ ਹੋਵੇ, ਸਿੱਖ ਨਹੀਂ ਹੋਣਾ ਚਾਹੀਦਾ। ਸਿੱਖਾਂ ਨੇ ਇਸ ਬਿੱਲ ਦੀ ਬਹੁਤ ਵਿਰੋਧਤਾ ਕੀਤੀ। ਸਿੱਖਾਂ ਵਿੱਚ ਕੋਈ ਫਿਰਕਾ ਤੇ ਕਿਹਾ ਕਿ ਸਿੱਖਾਂ ਵਿੱਚ ਕੋਈ ਫਿਰਕਾ ਨਹੀਂ ਤੇ ਹਿੰਦੂ ਤੇ ਮੁਸਲਮਾਨ ਦੀ ਨੁਮਾਇੰਦਗੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਵੀ ਸਿੱਖਾਂ ਵਿੱਚ ਕੋਈ ਇਹੋ ਜਿਹਾ ਫਿਰਕਾ ਨਹੀਂ ਹੈ ਜਿਹਨੂੰ ਆਪਣੇ ਆਪ ਨੂੰ ਇਹਦੇ ਨਾਲ ਸਹਿਮਤੀ ਪ੍ਰਗਟ ਕਰਦਾ ਹੋਵੇ। ਉਹਨਾਂ ਨੇ ਬਿੱਲ ਦੀ ਇਸ ਗੱਲੋਂ ਵੀ ਵਿਰੋਧਤਾ ਕੀਤੀ ਕਿ ਇਹ ਗੁਰਦੁਆਰੇ ਨੂੰ ਚੈਰੀਟੇਬਲ ਟਰਸਟ ਮੰਨਦਾ ਹੈ, ਗੁਰਦੁਆਰਾ ਨਹੀਂ ਮੰਨਦਾ। ਜਦਕਿ ਗੁਰਦੁਆਰੇ ਦਾ ਆਪਣਾ ਇੱਕ ਰੂਹਾਨੀ ਅਕੀਦਾ ਹੁੰਦਾ ਹੈ। ਗੁਰਦੁਆਰਾ ਕੇਵਲ ਟਰਸਟ ਨਹੀਂ ਹੈ ਜਾਂ ਕੋਈ ਚੈਰੀਟੇਬਲ ਟਰਸਟ ਨਹੀਂ ਹੈ। ਅੱਜ ਵੀ ਮੈਂ ਦੇਖਦਾ ਬਹੁਤ ਸਾਰੇ ਪ੍ਰਾਈਵੇਟ ਗੁਰਦੁਆਰੇ ਬਣੇ ਹੋਏ ਆ, ਉਹਨਾਂ ਦੀ ਆਮਦਨ ਨੂੰ ਪ੍ਰਾਈਵੇਟ ਬੰਦੇ ਖਾਈ ਜਾਂਦੇ ਆ। ਮੈਂ ਤਾਂ ਬੜਾ ਹੈਰਾਨ ਹੈ ਇਹ ਗੱਲ ਸੁਣ ਕੇ ਕਿ ਆਪਣੇ ਨਾਮ ਤੇ ਜ਼ਮੀਨਾਂ ਖਰੀਦ ਲਓ, ਗੁਰਦੁਆਰਾ ਬਣਾ ਦਿਓ, ਉਹ ਗੁਰਦੁਆਰੇ ਦੇ ਜਿਹੜੀ ਆਮਦਨ ਆ ਆਪਣੀ ਜੇਬ ਚ ਪਾਈ ਜਾਓ। ਔਰ ਕਿੰਨੇ ਲੱਖ ਡਾਲਰ ਦੀ ਕਮਾਈ ਉਹਨਾਂ ਨੇ ਗੁਰਦੁਆਰੇ ਬਣਾ ਕੇ ਇੱਥੇ ਕਰ ਲਈ। ਮੈਂ ਬੇਨਤੀ ਕਰਾਂ, ਗੁਰਦੁਆਰਾ ਕੋਈ ਚੈਰੀਟੇਬਲ ਟਰਸਟ ਜਾਂ ਬਿਜ਼ਨਸ ਸੈਂਟਰ ਨਹੀਂ ਹੈ। ਗੁਰਦੁਆਰਾ ਗੁਰੂ ਦਾ ਦਰ ਹੈ। ਇੱਥੇ ਰੂਹਾਨੀ ਹੈ, ਰੂਹਾਨੀਅਤ ਹੈ। ਇੱਥੇ ਗੁਰੂ ਦੀ ਗੱਲ ਹੋਣੀ ਚਾਹੀਦੀ ਹੈ, ਗੁਰੂ ਦੇ ਅਸੂਲ ਚੱਲਣੇ ਚਾਹੀਦੇ ਹਨ। ਤਾਂ ਮੈਂ ਬੇਨਤੀ ਕਰਾਂ ਜੀ, ਸਿੱਖਾਂ ਨੇ ਇਹ ਗੱਲ ਤੇ ਵਿਰੋਧਤਾ ਕੀਤੀ ਕਿ ਇਹ ਗੁਰਦੁਆਰਾ ਚੈਰੀਟੇਬਲ ਟਰਸਟ ਨਹੀਂ ਹੈ। ਇਸ ਨੂੰ ਦਾਨ ਵਾਲੀ ਜਮਾਤ ਚੈਰੀਟੇਬਲ ਟਰਸਟ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇਹਨਾਂ ਕਾਰਨਾਂ ਕਰਕੇ ਆਰਡੀਨੈਂਸ ਦੀ ਉਹ ਗੱਲ ਜਿਹੜੀ ਸੀ ਅੜ ਗਈ, ਸਿਰੇ ਨਾ ਚੜੀ। ਸਿੱਖਾਂ ਦੀ ਇਸ ਵਿਰੋਧਤਾ ਨੂੰ ਸਾਹਮਣੇ ਰੱਖਦਿਆਂ ਹੋਇਆਂ ਸਰਕਾਰ ਨੇ ਆਰਡੀਨੈਂਸ ਦੀ ਥਾਂ ਤੇ ਇੱਕ ਬਿੱਲ ਪੇਸ਼ ਕਰਨ ਦਾ ਫੈਸਲਾ ਕਰ ਲਿਆ। ਇਸ ਵਾਸਤੇ 5 ਅਪ੍ਰੈਲ ਦੀ ਤਰੀਕ ਵੀ ਜਿਹੜੀ ਸੀ ਉਹ ਮਿਸ ਦਿੱਤੀ। ਸਰ ਸੁੰਦਰ ਸਿੰਘ ਮਜੀਠਾ ਨੇ ਇਸ ਬਿੱਲ ਬਾਰੇ ਬਹੁਤ ਸਖਤ ਸਟੈਂਡ ਲਿਆ। ਉਸਨੇ ਕਿਹਾ ਕਿ ਗੁਰਦੁਆਰਿਆਂ ਵਿੱਚ ਸਿਰਫ ਸਿੱਖ ਧਰਮ ਮੁਤਾਬਕ ਹੀ ਇਬਾਦਤ ਹੋ ਸਕਦੀ ਹੈ। ਗੁਰਦੁਆਰਿਆਂ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਹੋ ਸਕਦੀ। ਗੁਰਦੁਆਰਿਆਂ ਦੀਆਂ ਜਾਇਦਾਦਾਂ ਭਾਵੇਂ ਗੈਰ ਸਿੱਖਾਂ ਨੇ ਦਾਨ ਕੀਤੀਆਂ ਹੋਣ, ਭਾਵੇਂ ਕਿਸੇ ਨੇ ਦਾਨ ਕੀਤੀਆਂ ਹੋਣ, ਪਰ ਸਿੱਖਾਂ ਨੇ ਇਹਨਾਂ ਨੂੰ ਆਪਣੀਆਂ ਸ਼ਰਤਾਂ ਕੀਤੇ ਅਨੁਸਾਰ ਪ੍ਰਵਾਨ ਕੀਤਾ ਹੈ, ਕਬੂਲ ਕੀਤਾ ਹੈ। ਗੁਰਦੁਆਰੇ ਮਹੰਤਾਂ ਦੀ ਨਿੱਜੀ ਜਾਇਦਾਦਾਂ ਨਹੀਂ ਹਨ। ਮਹੰਤ ਦਾ ਉਹਦਾ ਤਾਂ ਮਰਾਸੀ ਮਹੰਤ ਦਾ ਉਹਦਾ ਤਾਂ ਹੈ ਹੀ ਕੋਈ ਨਹੀਂ। ਗੁਰੂ ਨਾਨਕ ਸਾਹਿਬ ਨੇ ਤਾਂ ਆਪਣੇ ਪੁੱਤਰਾਂ ਨੂੰ ਛੱਡ ਕੇ ਗੁਰੂ ਅੰਗਦ ਸਾਹਿਬ ਨੂੰ ਜਾਨਸ਼ੀਨ ਚੁਣਿਆ ਸੀ। ਗੁਰਦੁਆਰਿਆਂ ਤੇ ਕਬਜ਼ਿਆਂ ਦੇ ਖਿਲਾਫ ਸਖਤੀ ਠੀਕ ਨਹੀਂ। ਸਿੱਖਾਂ ਨੇ ਸਰਕਾਰ ਦਾ ਧਿਆਨ ਇੱਧਰ ਦਿਵਾਉਣ ਵਾਸਤੇ ਕਬਜ਼ੇ ਕੀਤੇ ਹਨ। ਸਿੱਖ ਮਜ਼ਹਬ ਵਿੱਚ ਕੋਈ ਫਿਰਕਾ ਨਹੀਂ ਹੈ, ਆਪਸ ਵਿੱਚ ਕੋਈ ਵੰਡੀਆਂ ਹੋਈਆਂ ਨਹੀਂ ਹੈ, ਧਰਮ ਵਿੱਚ ਕੋਈ ਵੱਖਰੇ ਫਿਰਕੇ ਨਹੀਂ ਹਨ। ਇਹ ਬਿਆਨ ਉਹਨਾਂ ਦਾ ਛਪਿਆ ਨਾਇਕ ਅੰਮ੍ਰਿਤਸਰ ਤੋਂ ਛਪਦੀ ਸੀ 22 ਮਾਰਚ 1921 ਨੂੰ। ਇਹ ਸੁੰਦਰ ਸਿੰਘ ਮਜੀਠੀਆ ਦਾ ਇਹ ਬਿਆਨ ਜਿਹੜਾ ਸੀ ਉਹ ਛਪਿਆ। 20 ਮਾਰਚ 1921 ਦੇ ਦਿਨ
ਸ਼੍ਰੋਮਣੀ ਕਮੇਟੀ ਦੇ ਹੋਰ ਸਿੱਖ ਆਗੂਆਂ ਦਾ ਇੱਕ ਇਕੱਠ ਅਕਾਲ ਤਖਤ ਸਾਹਿਬ ਤੇ ਹੋਇਆ। ਇਸ ਵਿੱਚ ਪੰਜਾਬ ਕੌਂਸਲ ਦੇ ਸਾਰੇ ਸਿੱਖ ਮੈਂਬਰਾਂ ਤੇ ਪ੍ਰੈਸ ਨੂੰ ਬੁਲਾਇਆ ਗਿਆ। ਉਹਨਾਂ ਦਿਨਾਂ ਅਨੁਸਾਰ ਝੱਬਰ ਜੀ ਤੇ ਭੂਚਰ ਜੀ ਸਿੱਖ ਜਿਹੜੇ ਜੇਲ੍ਹ ਵਿੱਚ ਸਨ, ਤੁਹਾਨੂੰ ਮੈਂ ਪਹਿਲਾਂ ਬੇਨਤੀ ਕਰ ਚੁੱਕਾ, ਦੱਸ ਚੁੱਕਾ। ਇਸ ਕਰਕੇ ਅਕਾਲੀ ਆਗੂ ਸਰਕਾਰ ਨਾਲ ਕੋਈ ਸਮਝੌਤਾ ਕਰਨ ਵਾਸਤੇ ਰਾਜੀ ਨਹੀਂ ਸਨ। ਸਿੱਖ ਆਗੂ ਚਾਹੁੰਦੇ ਸਨ ਕਿ ਸਰਕਾਰ ਨਾਲ ਨਾਮ ਮਿਲਵਰਤਨ ਦਾ ਮਤਾ ਪਾਸ ਕੀਤਾ ਜਾਵੇ, ਪਰ ਸਰ ਮਹਿਤਾਬ ਸਿੰਘ, ਸਰਦਾਰ ਜੋਧ ਸਿੰਘ, ਸਰਦਾਰ ਹਰਬੰਸ ਸਿੰਘ ਜੀ ਅਟਾਰੀ ਚਾਹੁੰਦੇ ਸਨ ਕਿ ਸਰਕਾਰ ਨੂੰ ਇੱਕ ਮੌਕਾ ਹੋਰ ਦੇਣਾ ਚਾਹੀਦਾ ਹੈ। ਇਸ ਇਕੱਠ ਨੇ ਫਿਰ ਮਤੇ ਜਿਹੜੇ ਪਾਸ ਕੀਤੇ ਉਹ ਇਸ ਤਰ੍ਹਾਂ ਹਨ ਕਿ ਗੁਰਦੁਆਰਿਆਂ ਸੰਬੰਧੀ ਗ੍ਰਿਫਤਾਰ ਕੀਤੇ ਸਾਰੇ ਸਿੰਘ ਰਿਹਾ ਕੀਤੇ ਜਾਣ। ਮਹੰਤਾਂ ਤੇ ਪੁਜਾਰੀਆਂ ਨਾਲ ਝਗੜੇ ਦੇ ਸੰਬੰਧ ਵਿੱਚ ਸਰਕਾਰ ਵੱਲੋਂ ਗ੍ਰਿਫਤਾਰੀਆਂ ਕੀਤੇ ਜਾਣ ਦੀ ਨਿੰਦਾ ਕੀਤੀ, ਸਖਤ ਲਫ਼ਜ਼ਾਂ ਵਿੱਚ ਨਿੰਦਾ ਕੀਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਸੁਝਾਏ ਨਿਯਮਾਂ ਮੁਤਾਬਕ ਗੁਰਦੁਆਰਾ ਐਕਟ ਬਣਨ ਤੱਕ ਜਿਨ੍ਹਾਂ ਗੁਰਦੁਆਰਿਆਂ ਤੇ ਸਿੱਖਾਂ ਨੇ ਕਬਜ਼ਾ ਕੀਤਾ ਹੋਇਆ ਹੈ, ਸ਼੍ਰੋਮਣੀ ਕਮੇਟੀ ਉਹਨਾਂ ਦੇ ਨੁਮਾਇੰਦੇ ਜਿਨ੍ਹਾਂ ਨੂੰ ਪਿਛਲੇ ਦਿਨੀ ਗੁਰਦੁਆਰਿਆਂ ਤੇ ਕਬਜ਼ਾ ਕਰਨ ਦੇ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਕਿਹਾ ਹੈ ਉਹਨਾਂ ਨੂੰ ਰਿਹਾ ਕੀਤਾ ਜਾਵੇ। ਜੇ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਮੁਤਾਬਕ ਗੁਰਦੁਆਰਾ ਪ੍ਰਬੰਧ ਬਾਰੇ ਕਾਨੂੰਨ ਬਣਾਉਣ ਤੇ ਸਿੱਖ ਕੈਦੀਆਂ ਨੂੰ 10 ਅਪ੍ਰੈਲ 1921 ਤੱਕ ਰਿਹਾ ਕਰਨ ਵਿੱਚ ਨਾਕਾਮ ਹੋ ਜਾਂਦੀ ਹੈ, ਤਾਂ ਅਕਾਲ ਤਖਤ ਸਾਹਿਬ ਤੇ ਜੁੜੇ ਪੰਥ ਦਾ ਫੈਸਲਾ ਹੈ ਕਿ ਸਿੱਖ ਇਸ ਨੂੰ ਆਪਣੇ ਧਰਮ ਵਿੱਚ ਦਖਲ ਮੰਨਣਗੇ ਅਤੇ ਗੁਰਦੁਆਰਿਆਂ ਦਾ ਸੁਧਾਰ ਕਰਨ ਦੇ ਲਈ ਆਪ ਮਜਬੂਰ ਹੋਣਗੇ। ਗੁਰੂ ਪੰਥ ਸਾਰੇ ਸਿੱਖਾਂ ਨੂੰ ਸੱਦਾ ਦਿੰਦਾ ਹੈ ਕਿ ਉਹ ਗੁਰਦੁਆਰੇ ਸੁਧਾਰ ਵਾਸਤੇ ਅਕਾਲੀ ਜਥਿਆਂ ਵਿੱਚ ਸ਼ਾਮਲ ਹੋਣ। 6ਵਾਂ ਸੀ ਵੀ ਕੋਈ ਵੀ ਸਿੱਖ 10 ਅਪ੍ਰੈਲ ਤੱਕ ਕਿਸੇ ਵੀ ਗੁਰਦੁਆਰੇ ਤੇ ਮੌਜੂਦਾ ਇੰਤਜ਼ਾਮ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੇ। ਇਸ ਮੀਟਿੰਗ ਨੇ ਸਰਕਾਰ ਤੇ ਕੌਂਸਲਰ ਨਾਲ ਗੁਰਦੁਆਰਾ ਐਕਟ ਬਾਰੇ ਗੱਲਬਾਤ ਕਰਨ ਵਾਸਤੇ ਇੱਕ 12 ਮੈਂਬਰੀ ਕਮੇਟੀ ਵੀ ਜਿਹੜੀ ਸੀ ਉਹ ਬਣਾ ਦਿੱਤੀ। ਪਰ ਸਰਕਾਰ ਨੇ ਸਿੱਖ ਮਤਿਆਂ ਦੀ ਕੋਈ ਪਰਵਾਹ ਨਹੀਂ ਕੀਤੀ, ਨਾ ਕਰਨੀ ਸੀ ਨਾ ਕੀਤੀ। ਸਗੋਂ ਦੇ ਉਲਟ ਅਮਰ ਸਿੰਘ ਝਬਾਲ ਵੱਲੋਂ ਕਿਰਪਾਨ ਬਾਰੇ ਮਤਾ ਰੱਖਣ ਦੇ ਜੁਰਮ ਵਿੱਚ ਉਸ ਨੂੰ ਗ੍ਰਿਫਤਾਰ ਕਰਕੇ 6 ਮਹੀਨੇ ਦੀ ਕੈਦ ਦੇ ਦਿੱਤੀ ਗਈ। ਜਿਹੜਾ ਮਤਾ ਉਹਨਾਂ ਨੇ ਪਾਇਆ ਸੀ, ਕਿਰਪਾਨ ਤੇ ਪਾਬੰਦੀ ਲਾਈ ਸੀ, ਉਹਨਾਂ ਨੂੰ ਕਿਰਪਾਨ ਰੱਖਣ ਦੇ ਜੁਰਮ 'ਚ ਕੈਦ ਕਰ ਦਿੱਤਾ ਗਿਆ। ਬਹੁਤ ਸਾਰੇ ਸਿੱਖਾਂ ਨੂੰ ਵੀ ਕਿਰਪਾਨਾਂ ਤੇ ਛੋਟੇ ਛੋਟੇ ਟਕੂਏ ਰੱਖਣ ਤੇ ਅਰੈਸਟ ਕਰ ਲਿਆ ਗਿਆ। 8 ਅਪ੍ਰੈਲ ਨੂੰ ਸਰਕਾਰੀ ਗੁਰਦੁਆਰਾ ਬਿੱਲ ਵੀ ਛਪ ਗਿਆ। ਸਿੱਖਾਂ ਵਿੱਚ ਸਰਕਾਰ ਵਾਸਤੇ ਹੁਣ ਵਿਰੋਧ ਬਹੁਤ ਵੱਧ ਗਿਆ। ਸਰਕਾਰੀ ਬਿੱਲ ਮੁਤਾਬਕ ਗੁਰਦੁਆਰਾ ਬੋਰਡ ਦੇ 3 ਸਿੱਖ ਤੇ 1 ਗੈਰ ਸਿੱਖ ਮੈਂਬਰ ਹੋਣੇ ਸਨ, ਜਿਨ੍ਹਾਂ ਸਾਰਿਆਂ ਨੂੰ ਸਰਕਾਰ ਨੇ ਨੋਮੀਨੇਟ ਕਰਨਾ ਸੀ, ਨਾਮਜ਼ਦ ਕਰਨਾ ਸੀ। ਇਹਨਾਂ ਦਾ ਪ੍ਰੈਜ਼ੀਡੈਂਟ 1 ਗੈਰ ਸਿੱਖ ਹੋਣਾ ਚਾਹੀਦਾ ਹੈ, ਜੋ ਉਹਨਾਂ ਨੇ ਲਿਖਿਆ ਗੈਰ ਸਿੱਖ ਹੋਵੇਗਾ। ਬਿੱਲ ਮੁਤਾਬਕ ਗੁਰਦੁਆਰੇ ਹੀ ਗੁਰਦੁਆਰਾ ਇੰਤਜ਼ਾਮ ਹੇਠ ਆਉਂਦੇ ਸਨ, ਉਹ ਗੁਰਦੁਆਰੇ ਹੀ ਗੁਰਦੁਆਰਾ ਪ੍ਰਬੰਧ ਹੇਠ ਆਉਂਦੇ ਨੇ ਜਿਨ੍ਹਾਂ ਨੂੰ ਸਰਕਾਰ ਗੁਰਦੁਆਰਾ ਮੰਨੇਗੀ। ਸਰਕਾਰਾਂ ਗੁਰਦੁਆਰਾ ਮੰਨਣਗੀਆਂ, ਸਿੱਖ ਨਹੀਂ। ਝਗੜੇ ਵਾਲੇ ਧਰਮ ਸਥਾਨਾਂ ਇਸ ਵਿੱਚ ਗੁਰਦੁਆਰਾ ਪ੍ਰਬੰਧ ਹੇਠ ਨਹੀਂ ਆਉਣਗੇ। ਇਸ ਬੋਰਡ ਦਾ ਸਾਰਾ ਖਰਚ ਗੁਰਦੁਆਰਿਆਂ ਦੀ ਆਮਦਨੀ ਦੇ ਵਿੱਚੋਂ ਖਰਚ ਕੀਤਾ ਜਾਏਗਾ। ਇਹ ਉਸ ਵੇਲੇ ਬਿੱਲ ਦਾ ਜਿਹੜਾ ਛਪਿਆ, ਸਰਕਾਰ ਵੱਲੋਂ ਇੱਕ ਸਲਾਹ ਜਾਂ ਇਹ ਕਹਿ ਲਈਏ ਕਿ ਬਿੱਲ ਦਾ ਡਰਾਫਟ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਛਾਪ ਦਿੱਤਾ ਗਿਆ। ਜਿਹੜਾ ਉਸ ਵੇਲੇ ਵਿੱਦਿਆ ਮੰਤਰੀ ਸੀ ਫਜ਼ਲ ਹੁਸੈਨ ਤੇ ਸਰਕਾਰ ਦਾ ਸੈਕਟਰੀ ਸੀ ਈ ਜੋਸਫ, ਇਸ ਬਿੱਲ ਦੀ ਤਕਰੀਬਨ ਹਰ ਸਿੱਖ ਨੇ ਜ਼ਬਰਦਸਤ ਮੁਖਾਲਫਤ ਕੀਤੀ। ਜੇ ਇਹ ਦੋਨਾਂ ਨੇ ਬਿੱਲ ਜਿਹੜਾ ਛਾਪਿਆ ਸੀ ਜਾਂ ਭੇਜਿਆ ਸੀ, ਵਿਰੋਧਤਾ ਹੋਈ। ਇਹਦੀ ਵਿੱਦਿਆ ਮੰਤਰੀ ਫਜ਼ਲ ਹੁਸੈਨ ਤੇ ਸਰਕਾਰ ਦਾ ਸੈਕਟਰੀ ਈ ਜੋਸਫ ਤੇ ਇਹਨਾਂ ਵੱਲੋਂ ਛਪਿਆ ਸੀ, ਪਰ ਹਰ ਸਿੱਖ ਨੇ ਇਹਦੀ ਵਿਰੋਧਤਾ ਕੀਤੀ। ਪੰਜਾਬ ਕੌਂਸਲ ਦੇ ਵਿੱਚ ਸਰ ਦਸੌਂਧਾ ਸਿੰਘ, ਕਰਤਾਰ ਸਿੰਘ, ਹਰਨਾਮ ਸਿੰਘ ਤੇ ਬਰਿਸਟਰ ਮਹਿਤਾਬ ਸਿੰਘ ਨੇ ਆਪਣੀ ਵਿਰੋਧਤਾ ਰਿਕਾਰਡ ਵੀ ਕਰਵਾਈ। ਇਸ ਕਰਕੇ ਬਿੱਲ ਬਾਰੇ ਵਿਚਾਰ ਕਰਨ ਨੂੰ 16 ਅਪ੍ਰੈਲ ਤੱਕ ਅੱਗੇ ਪੋਸਟਪੋਨ ਕਰਤਾ, ਮੁਲਤਵੀ ਕਰ ਦਿੱਤਾ। ਹਿੰਦੂਆਂ ਨੇ ਵੀ ਸਿੱਖਾਂ ਦੇ ਖਿਲਾਫ ਜਿਹੜਾ ਸੀ ਪ੍ਰੋਪੇਗੈਂਡਾ ਕਰਨਾ ਸ਼ੁਰੂ ਕਰ ਦਿੱਤਾ, ਵਿਰੋਧਤਾ ਕਰਨੀ ਸ਼ੁਰੂ ਕਰਤੀ। ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਸਾਫ਼ ਲਫ਼ਜ਼ਾਂ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਸਿੱਖ ਕੌਮ ਸਿਰਫ
ਤਾਵਾਰੀਖੀ ਇਤਿਹਾਸਕ ਗੁਰਦੁਆਰੇ ਜੋ ਗੁਰੂ ਸਾਹਿਬ ਜਾਂ ਸ਼ਹੀਦਾਂ ਦੇ ਸਿੱਖ ਹਸਤੀਆਂ ਨਾਲ ਸੰਬੰਧਿਤ ਦਾ ਇੰਤਜ਼ਾਮ ਹੀ ਕਰਨਾ ਚਾਹੁੰਦੀ ਹੈ। ਪਰ ਫਿਰ ਵੀ ਇਹ ਜਿਹੜੇ ਆਗੂ ਸੀ ਇਹਨਾਂ ਨੇ ਸਿੱਖਾਂ ਦੇ ਖਿਲਾਫ ਸਾਜ਼ਿਸ਼ਾਂ ਦੇ ਵਿੱਚ ਹਿੱਸੇਦਾਰ ਬਣ ਗਏ। 4 ਅਪ੍ਰੈਲ ਨੂੰ ਪੰਜਾਬ ਹਿੰਦੂ ਮਹਾਸਭਾ ਦੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਕੋਈ ਤਬਦੀਲੀ ਨਹੀਂ ਹੋਣੀ ਚਾਹੀਦੀ। ਜੇਕਰ ਸਰਕਾਰ ਗੁਰਦੁਆਰਾ ਕਮਿਸ਼ਨ ਬਣਾਉਣਾ ਚਾਹੁੰਦੀ ਹੈ ਤਾਂ ਉਹਦੇ ਵਿੱਚ ਹਿੰਦੂਆਂ ਨੂੰ ਵੀ ਨੁਮਾਇੰਦਗੀ ਦਿੱਤੀ ਜਾਵੇ। ਇਹ ਇਹਨਾਂ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ। ਫਿਰ 11 ਅਪ੍ਰੈਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਮੀਟਿੰਗ ਅਕਾਲ ਤਖਤ ਸਾਹਿਬ ਤੇ ਹੁੰਦੀ ਹੈ। ਇਸ ਵਿੱਚ ਸਰਕਾਰੀ ਬਿੱਲ ਦੇ ਨਾਲ ਨਾਲ ਸਰਕਾਰ ਵੱਲੋਂ ਕੈਦੀ ਰਿਹਾ ਕਰਨ ਤੋਂ ਨਾ ਕਰਨ ਨੂੰ ਵੀ ਵਿਚਾਰਿਆ ਗਿਆ। ਮੀਟਿੰਗ ਵਿੱਚ ਵਿਚਾਰ ਹੋਈ ਕਿ ਕਿਉਂਕਿ ਸਰਕਾਰ ਆਪਣੇ ਬਿੱਲ ਵਿੱਚ ਸਿੱਖਾਂ ਵੱਲੋਂ ਸੁਝਾਈਆਂ ਸੋਧਾਂ ਕਰਨ ਵਾਸਤੇ ਤਿਆਰ ਨਹੀਂ, ਇਸ ਕਰਕੇ ਅਸੀਂ ਇਸ ਬਿੱਲ ਨੂੰ ਨਾ ਮਨਜ਼ੂਰ ਕਰਦੇ ਹਾਂ। ਅਸੀਂ ਇਸ ਬਿੱਲ ਨੂੰ ਪ੍ਰਵਾਨ ਨਹੀਂ ਕਰਦੇ। ਸਰਕਾਰ ਇਹ ਵੀ ਨਹੀਂ ਮੰਨਦੀ ਕਿ ਗੁਰਦੁਆਰੇ ਪੰਥ ਦੇ ਹਨ ਅਤੇ ਮਹੰਤ ਸਿਰਫ ਸੇਵਾਦਾਰ ਹਨ। ਗੁਰਦੁਆਰਿਆਂ ਦੀ ਮਲਕੀਅਤ ਜਿਹੜੀ ਬਾਰੇ ਮਹੰਤਾਂ ਨੂੰ ਜੱਦੀ ਹੱਕ ਦੇਣਾ ਵੀ ਜੇ ਇਸ ਬਿੱਲ ਦੇ ਵਿੱਚ ਲਿਖਿਆ ਹੋਇਆ ਹੈ, ਜਿਹੜਾ ਕਿ ਇਸ ਬਿੱਲ ਨੂੰ ਬਿਲਕੁਲ ਹੀ ਰੱਦ ਸਮਝਿਆ ਜਾਂਦਾ ਹੈ। ਸਿੱਖ ਆਗੂਆਂ ਨੂੰ ਰਿਹਾ ਨਾ ਕਰਨ ਦੀ ਵੀ ਜਿਹੜੀ ਸੀ ਉਸ ਮੀਟਿੰਗ ਦੇ ਵਿੱਚ ਨਿੰਦਾ ਕੀਤੀ ਗਈ। ਇਸ ਮੀਟਿੰਗ ਨੇ ਅਗਲੇ ਕਦਮ ਚੁੱਕਣ ਲਈ 7 ਮੈਂਬਰੀ ਇੱਕ ਕਮੇਟੀ ਬਣਾ ਦਿੱਤੀ, ਜਿਹਦੇ ਵਿੱਚ ਸਰਦਾਰ ਖੜਕ ਸਿੰਘ ਜੀ, ਸਰਦਾਰ ਹਰਬੰਸ ਸਿੰਘ ਜੀ ਅਟਾਰੀ, ਪ੍ਰੋਫੈਸਰ ਜੋਤ ਸਿੰਘ ਜੀ, ਬਾਬਾ ਹਰਕਿਸ਼ਨ ਸਿੰਘ ਜੀ, ਮਾਸਟਰ ਤਾਰਾ ਸਿੰਘ ਜੀ, ਬਤਨ ਸਿੰਘ ਕੈਨੇਡੀਅਨ ਤੇ ਤੇਜਾ ਸਿੰਘ ਸਮੁੰਦਰੀ ਸ਼ਾਮਲ ਸਨ। ਇਸ ਕਮੇਟੀ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਹਰ ਪਾਸੇ ਅਕਾਲੀ ਜੱਥੇ ਕਾਇਮ ਕੀਤੇ ਜਾਣ ਤੇ ਆਉਣ ਵਾਲੇ ਔਖੇ ਦਿਨਾਂ ਦੀਆਂ ਕੁਰਬਾਨੀਆਂ ਕਰਨ ਲਈ ਮਰ ਜਿਉੜੇ ਤਿਆਰ ਹੋ ਜਾਣ। 14 ਅਪ੍ਰੈਲ ਨੂੰ ਅਰਦਾਸ ਦਾ ਦਿਨ ਮਨਾਇਆ ਜਾਵੇ। ਸਾਰੇ ਸੁੱਖ ਜਿਹੜੇ ਹਨ ਉਹ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਨ। ਸ਼੍ਰੋਮਣੀ ਕਮੇਟੀ ਦੇ ਇਹ ਜਿਹੜੇ ਐਲਾਨ ਸੀ, ਇਹਨਾਂ ਨੂੰ ਪੜ੍ਹ ਕੇ ਕਈ ਤਾਂ ਸਿੱਖ ਮੁਲਾਜ਼ਮ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਮਿਲੇ। ਉਹਨਾਂ ਨੇ ਆਪਣੀਆਂ ਸੇਵਾਵਾਂ ਸ਼੍ਰੋਮਣੀ ਕਮੇਟੀ ਨੂੰ ਪੇਸ਼ ਕਰ ਦਿੱਤੀਆਂ, ਪਰ ਕਮੇਟੀ ਨੇ ਆਖਿਆ ਕਿ ਉਹ ਆਪਣੀਆਂ ਡਿਊਟੀਆਂ ਕਰੀ ਜਾਣ, ਨੌਕਰੀਆਂ ਨਾ ਛੱਡਣ, ਕਿਉਂਕਿ ਹਲੇ ਇਹੋ ਜਿਹੀ ਜੱਦੋਜਹਿਦ ਦਾ ਵੇਲਾ ਨਹੀਂ ਆਇਆ, ਇਹੋ ਜਿਹੀ ਮੂਵਮੈਂਟ ਚਲਾਉਣ ਦਾ ਟਾਈਮ ਨਹੀਂ ਆਇਆ। ਸਰਕਾਰ ਵੱਲੋਂ ਇਸ ਡਰਾਫਟਡ ਬਿੱਲ ਦੇ ਖਿਲਾਫ ਅਕਾਲੀ ਦਲ ਦੀ ਹਮਾਇਤ ਵਿੱਚ ਇੰਨਾ ਮਾਹੌਲ ਹੋਣ ਦੇ ਬਾਵਜੂਦ ਵੀ ਸਰਕਾਰ ਆਪਣੀ ਜਿੱਦ ਤੇ ਪੂਰੀ ਤਰ੍ਹਾਂ ਅੜੀ ਰਹੀ, ਟਾਲ ਮਟੋਲ ਨਹੀਂ, ਆਪਣੀ ਜਿੱਦ ਤੋਂ ਨਹੀਂ ਹਿੱਲੀ। ਉਹਨੇ ਬਿੱਲ ਨੂੰ ਪਾਸ ਕਰਨ ਦੇ 9 ਮਈ ਦੀ ਬਜਾਏ ਉਸ ਬਿੱਲ ਨੂੰ ਉਹਨਾਂ ਨੇ ਪਾਸ ਕਰਨ ਦੀ ਬਜਾਏ ਇੱਕ ਮੀਟਿੰਗ ਸੱਦ ਲਈ 23 ਅਪ੍ਰੈਲ ਨੂੰ। ਇਸ ਵਿੱਚ ਸਿੱਖ ਆਗੂ, ਮਹੰਤਾਂ ਦੇ ਨੁਮਾਇੰਦੇ, ਕੌਂਸਲ ਦੇ ਮੈਂਬਰ ਦੇ ਕੁਝ ਹੋਰ ਸ਼ਖਸੀਅਤਾਂ ਵੀ ਸ਼ਾਮਲ ਹੋਈਆਂ। ਮੀਟਿੰਗ ਵਿੱਚ ਸੁਝਾਏ ਗਏ ਗੁਰਦੁਆਰਾ ਬਿੱਲ ਬਾਰੇ ਵਿਚਾਰਾਂ ਹੋਈਆਂ ਤੇ ਸਿੱਖ ਆਗੂਆਂ ਦੀ 3 ਸ਼ਰਤਾਂ ਜਿਹੜੀਆਂ ਰੱਖੀਆਂ। ਸਿਰਫ ਚੰਗੇ اخلاق ਵਾਲਾ ਮਹੰਤ ਹੀ ਗੁਰਦੁਆਰੇ ਦਾ ਪੁਜਾਰੀ ਹੋਵੇ। ਸਾਰੇ ਗੁਰਦੁਆਰੇ ਪੰਥ ਦੇ ਹਨ, ਇਸ ਕਰਕੇ ਪੰਥਕ ਕਮੇਟੀ ਦੇ ਇੰਤਜ਼ਾਮ ਹੇਠ ਹੀ ਰਹਿਣੇ ਚਾਹੀਦੇ ਹਨ। ਤੀਜਾ ਸੀ ਗੁਰਦੁਆਰਿਆਂ ਦੀ ਆਮਦਨ ਦਾ ਖਰਚ ਦਾ ਪੂਰਾ ਹਿਸਾਬ ਕਿਤਾਬ ਰੱਖਿਆ ਜਾਵੇ ਤੇ ਸੰਗਤ ਸਾਹਮਣੇ ਪੇਸ਼ ਕੀਤਾ ਜਾਵੇ। ਇਹ ਮੀਟਿੰਗ ਅਧੂਰੀ ਰਹਿ ਗਈ, ਪਰ 26 ਅਪ੍ਰੈਲ ਨੂੰ ਫਿਰ ਇਹ ਮੀਟਿੰਗ ਜਿਹੜੀ ਸੀ ਦੁਬਾਰਾ ਬੁਲਾਈ ਗਈ, ਜਿਸ ਵਿੱਚ ਮਹੰਤਾਂ ਨੇ ਜਿੱਦ ਕੀਤੀ ਕਿ ਸਮਝੌਤੇ 'ਚ ਇਹ ਵੀ ਲਿਖਿਆ ਜਾਵੇ ਕਿ ਮਰਿਆਦਾ ਮਹੰਤਾਂ ਨੇ 1920 ਵਿੱਚ ਅਪਣਾਈ ਹੋਈ ਸੀ, ਗੁਰਦੁਆਰਿਆਂ ਵਿੱਚ ਉਹੀ ਮਰਿਆਦਾ ਜਾਰੀ ਰਹੇਗੀ ਜਿਹੜੀ 1920 ਤੋਂ ਪਹਿਲਾਂ ਚੱਲਦੀ ਸੀ, ਉਹੀ ਜਾਰੀ ਰਹੇਗੀ। ਇਸ ਤੋਂ ਇਲਾਵਾ ਸਿੱਖ ਆਗੂਆਂ ਨੇ ਵੀ ਇੱਕ ਸ਼ਰਤ ਰੱਖੀ ਕਿ ਘੱਟ ਤੋਂ ਘੱਟ 2/3 2/3 ਨੁਮਾਇੰਦੇ ਜਿਹੜੇ ਹਨ ਸਿੱਖਾਂ ਵੱਲੋਂ ਚੁਣੇ ਜਾਣ ਤੇ ਪ੍ਰੈਜ਼ੀਡੈਂਟ ਵੀ ਅੰਗਰੇਜ਼ ਨਹੀਂ ਬਲਕਿ ਇੱਕ ਸਿੱਖ ਹੋਣਾ ਚਾਹੀਦਾ ਹੈ। ਪਰ ਮਹੰਤ ਜਨਾਂ ਦੀ ਏਜੰਸੀ ਕਿ ਪ੍ਰੈਜ਼ੀਡੈਂਟ ਸਿੱਖ ਨਹੀਂ ਹੋਵੇ, ਉਹ ਗੋਰਾ ਹੀ ਹੋਵੇ, ਇੰਗਲਿਸ਼ ਅੰਗਰੇਜ਼ੀ ਹੋਵੇ। ਇਹਨਾਂ ਸਾਰਿਆਂ ਮਸਲਿਆਂ ਤੇ ਕੋਈ ਇੱਕ ਰਾਏ ਜਿਹੜੀ ਹੈ ਉਹ ਨਹੀਂ ਬਣ ਸਕੀ। ਤਾਂ ਇਹਨਾਂ ਨਾ ਹੀ ਬਿਨਾਂ ਕਿਸੇ ਨਤੀਜੇ ਦੇ ਮੀਟਿੰਗ ਜਿਹੜੀ ਸੀ ਇਹ ਵੀ ਖਤਮ ਹੋ ਗਈ। ਸਰਕਾਰ ਨੇ ਗੁਰਦੁਆਰਾ ਬਿੱਲ 9 ਮਈ ਨੂੰ ਪੇਸ਼ ਕਰਨ ਦਾ ਫੈਸਲਾ ਕਰ ਲਿਆ। 1 ਮਈ ਨੂੰ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਵਿੱਚ ਹਾਲ ਤੇ ਵਿਚਾਰ ਕਰਨ ਤੇ ਕੀਤੀ ਗਈ
ਤੇ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸ਼ਾਂਤਮਈ ਰਹਿ ਕੇ ਗੁਰਦੁਆਰਾ ਸੁਧਾਰ ਲਹਿਰ ਜਾਰੀ ਰੱਖੀ ਜਾਵੇ ਤੇ 10 ਤੇ 11 ਮਈ ਨੂੰ ਸ਼੍ਰੋਮਣੀ ਕਮੇਟੀ ਦਾ ਇੱਕ ਜਨਰਲ ਇਜਲਾਸ ਜਿਹੜਾ ਹੈ ਅਕਾਲ ਤਖਤ ਦੇ ਉੱਤੇ ਸੱਦਿਆ ਜਾਵੇ। ਕੁਝ ਨਿਕਤਾਂ ਦੇ ਵੱਖਰੇ ਵੱਖਰੇ ਆਪਸੀ ਵਿਰੋਧ ਹੋਣ ਕਰਕੇ ਫੈਸਲੇ ਨਾ ਹੋ ਸਕੇ, ਪਰ ਅਗਲੇ ਦਿਨ ਦੁਬਾਰਾ ਮੀਟਿੰਗ ਹੋਈ। ਇਹਦੇ ਵਿੱਚ ਵੋਟਾਂ ਦਾ ਫੈਸਲਾ ਹੋਇਆ, ਕਿਉਂਕਿ ਸਰਕਾਰ ਨੇ ਵੋਟਾਂ ਨਾਲ ਫੈਸਲਾ ਹੋਇਆ ਉਹ ਸੀ ਕਿਉਂਕਿ ਸਰਕਾਰ ਨੇ ਸਿੱਖ ਪੰਥ ਦੇ ਮਸਲਿਆਂ ਤੇ ਦੋਸਤਾਨਾ ਰਵੱਈਆ ਅਖਤਿਆਰ ਨਹੀਂ ਕੀਤਾ ਤੇ ਬਿਨਾਂ ਕਿਸੇ ਮਤਲਬ ਦੇ ਨੁਕਤਿਆਂ ਤੇ ਅੜੀ ਹੋਈ ਹੈ। ਇਸ ਕਰਕੇ ਜਦ ਤੱਕ ਸਾਰੇ ਗੁਰਦੁਆਰੇ ਪੰਥਕ ਪ੍ਰਬੰਧ ਹੇਠ ਨਹੀਂ ਆ ਜਾਂਦੇ, ਉਦੋਂ ਤੱਕ ਸ਼ਾਂਤਮਈ ਰਹਿ ਕੇ ਗੁਰਦੁਆਰਿਆਂ ਦਾ ਇੰਤਜ਼ਾਮ ਆਪਣੇ ਹੱਥ ਵਿੱਚ ਲੈਣ ਦੀ ਜੱਦੋ-ਜਹਿਦ ਜਾਰੀ ਰੱਖੀ ਜਾਵੇ। ਇਸ ਮਤੇ ਦੀ ਵਿਰੋਧਤਾ ਹਰਬੰਸ ਸਿੰਘ ਅਟਾਰੀ, ਪ੍ਰੋਫੈਸਰ ਜੋਤ ਸਿੰਘ ਨੇ ਕੀਤੀ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਤੋਂ ਵੀ ਅਸਤੀਫਾ ਦੇ ਦਿੱਤਾ। ਤਾਂ ਸਿੱਖਾਂ ਦੇ ਇਸ ਮਤੇ ਤੇ ਸਰਕਾਰ ਬੜੀ ਔਖੀ ਹੋਈ। ਸਰਕਾਰ ਨੇ ਗੁਰਦੁਆਰਾ ਬਿੱਲ ਪਾਸ ਕਰਨ ਦਾ ਜਿਹੜਾ ਖਿਆਲ ਸੀ ਉਹ ਛੱਡ ਦਿੱਤਾ ਤੇ ਇਸ ਤੋਂ ਮਗਰੋਂ ਸਰਕਾਰ ਨੇ ਗੁਰਦੁਆਰਿਆਂ ਤੇ ਕਬਜ਼ਾ ਕਰਦਿਆਂ ਬਾਰੇ ਪੈਦਾ ਹੋਣ ਵਾਲੇ ਹਾਲਾਤ ਦੇ ਨਾਂ ਤੇ ਬਹੁਤ ਸਾਰੀ ਪੁਲਿਸ ਜਿਹੜੀ ਉਹ ਭਰਤੀ ਕਰਨ ਦਾ ਫੈਸਲਾ ਕੀਤਾ ਤੇ ਪੰਜਾਬ ਕੌਂਸਲ ਕੋਲੋਂ ਬੜਾ ਪੈਸਾ ਲਈ। ਇਹ ਅਲੱਗ ਹੈ ਜਿਹਦਾ ਬਹੁਤਾ ਜ਼ਿਕਰ ਕਰਨ ਦੀ ਲੋੜ ਨਹੀਂ ਹੈ। ਇਸੇ ਦੌਰਾਨ ਫਿਰ ਸ਼੍ਰੋਮਣੀ ਕਮੇਟੀ ਦੀ ਇੱਕ ਨਵੀਂ ਚੋਣ ਹੁੰਦੀ ਹੈ। ਨਵੀਂ ਚੁਣੀ ਸ਼੍ਰੋਮਣੀ ਕਮੇਟੀ 27 ਅਗਸਤ ਦੀ ਮੀਟਿੰਗ 11 ਮਈ ਦੀ ਜਿਹੜੀ ਜੱਦੋਜਹਿਦ ਉੱਤੇ ਸਰਕਾਰ ਨਾਲ ਨਾ ਮਿਲਵਰਤ ਕਰਨ ਦੇ ਮਤੇ ਦੀ ਜਿਹੜੀ ਸੀ ਉਹ ਪ੍ਰਵਾਨਗੀ ਕਰ ਦਿੱਤੀ ਗਈ। 86 ਮੈਂਬਰਾਂ ਵਿੱਚੋਂ ਇਸ 62 ਮੈਂਬਰਾਂ ਨੇ ਇਸ ਮਤੇ ਦੇ ਹੱਕ ਵਿੱਚ ਵੋਟ ਪਾਈ ਤੇ 26 ਨਿਰਪੱਖ ਰਹੇ ਤੇ ਇਸ ਮਤੇ ਦੇ ਖਿਲਾਫ ਕਿਸੇ ਨੇ ਵੀ ਵੋਟ ਨਾ ਪਾਈ। ਹੋਰ ਤਾਂ ਹੋਰ ਸਰਕਾਰ ਨਾਲ ਹਮਦਰਦੀ ਰੱਖਣ ਵਾਲੇ ਜਿਹੜੇ ਸੀ ਉਹਨਾਂ ਨੇ ਵੀ ਇਹਦੀ ਵਿਰੋਧਤਾ ਨਾ ਕੀਤੀ। ਮੀਟਿੰਗ ਨੇ ਸਿੱਖ ਕੌਂਸਲਰਾਂ ਨੂੰ ਅਪੀਲ ਵੀ ਕੀਤੀ ਕਿ ਉਹ ਕੌਂਸਲ ਤੋਂ ਅਸਤੀਫਾ ਦੇ ਦੇਣ। ਇਸ ਤੇ ਸਰਦਾਰ ਮਹਿਤਾਬ ਸਿੰਘ, ਜਿਸ ਨੇ ਸਰਕਾਰੀ ਵਕੀਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਕੌਂਸਲ ਦੀ ਮੈਂਬਰੀ ਦੇ ਡਿਪਟੀ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ। ਇਹ ਗੱਲ ਨਾਇਕ ਅਖਬਾਰ ਅੰਮ੍ਰਿਤਸਰ 8 ਸਤੰਬਰ 1921 ਦੇ ਸਫਾ ਨੰਬਰ 2 ਦੇ ਉੱਤੇ ਛਪੀ ਹੋਈ ਹੈ। ਇਸ ਤੋਂ ਬਾਅਦ ਥੋੜਾ ਜਿਹਾ 2-3 ਮਿੰਟ ਦੇ ਆਪਾਂ ਵਿਚਾਰ ਕਰਕੇ ਅੱਜ ਦੀ ਸਮਾਪਤੀ ਕਰਾਂਗੇ। ਇਹ ਹਾਲਾਤ ਜਿਹੜੇ ਦੇਖ ਕੇ ਸਰਕਾਰ ਨੇ ਸਤੰਬਰ ਦੇ ਸ਼ੁਰੂ ਵਿੱਚ ਸਰ ਝੱਬਰ ਤੇ ਤੇਜਾ ਸਿੰਘ ਭੁੱਚਰ ਇਹ ਸਾਰੇ ਆਗੂ ਜਿਹੜੇ ਸੀ ਰਿਹਾ ਕਰ ਦਿੱਤੇ। ਹੁਣ ਸਰਕਾਰ ਨੇ ਸਿੱਖ ਆਗੂਆਂ ਨਾਲ ਨਵੇਂ ਸਿਰੋਂ ਫਿਰ ਗੱਲਬਾਤ ਸ਼ੁਰੂ ਕੀਤੀ। ਸਰਕਾਰ ਗੁਰਦੁਆਰਾ ਬੋਰਡ ਦਾ ਚੇਅਰਮੈਨ ਅੰਗਰੇਜ਼ ਦੀ ਥਾਂ ਤੇ ਇੱਕ ਸਿੱਖ ਨੂੰ ਬਣਾਉਣਾ ਵੀ ਮੰਨ ਗਈ ਤੇ 13 ਸਤੰਬਰ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਿਸਟਰ ਡੰਟਨ ਸੀ ਉਸ ਵੇਲੇ, ਉਹਨੇ ਸਿੱਖ ਆਗੂਆਂ ਨਾਲ ਫਿਰ ਮੀਟਿੰਗਾਂ ਕੀਤੀਆਂ। ਸਰਕਾਰ ਦਰਬਾਰ ਸਾਹਿਬ ਬਾਰੇ ਵੀ ਗੱਲਬਾਤ ਕਰਨੀ ਚਾਹੁੰਦੀ ਸੀ, ਪਰ ਇਹ ਮਸਲਾ ਇਹ ਵੀ ਸੀ ਕਿ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਮਾਨਤਾ ਨਹੀਂ ਦਿੰਦੀ ਸੀ ਤੇ ਉਹ ਨਵੀਆਂ ਕਮੇਟੀਆਂ ਬਣਾਉਣਾ ਚਾਹੁੰਦੀ ਸੀ। ਸਿੱਖ ਆਗੂਆਂ ਨੇ ਸਰਕਾਰ ਨੂੰ ਦੱਸਿਆ ਕਿ ਸਿੱਖਾਂ ਵਿੱਚੋਂ ਕੋਈ ਵੀ ਜਥੇਬੰਦੀ ਸ਼੍ਰੋਮਣੀ ਕਮੇਟੀ ਦਾ ਬਦਲ ਨਹੀਂ ਚਾਹੁੰਦੀ, ਪਰ ਸਰਕਾਰ ਜਿਹੜੀ ਸੀ ਉਹ ਇਹ ਬਦਲਣ ਨੂੰ ਤਿਆਰ ਨਹੀਂ ਸੀ। ਡੰਟਨ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਦੇ 2 ਜਾਂ 3 ਮੈਂਬਰ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਵਿੱਚ ਪਾਏ ਜਾਣੇ ਚਾਹੀਦੇ ਹਨ। ਚੀਫ ਖਾਲਸਾ ਦੀਵਾਨ ਨੇ ਸਰਕਾਰ ਦਾ ਨੁਕਤਾ ਰੱਦ ਕਰਦਿਆਂ ਕਿਹਾ ਕਿ ਉਹ ਐਗਜ਼ੈਕਟਿਵ ਦਾ ਮੈਂਬਰ ਬਣਨਾ ਹੀ ਨਹੀਂ ਚਾਹੁੰਦੇ। ਉਹਨਾਂ ਨੂੰ ਇਸ ਬਾਰੇ ਪਹਿਲਾਂ ਵੀ ਪੇਸ਼ਕਸ਼ ਜਿਹੜੀ ਹੈ ਹੋ ਚੁੱਕੀ ਹੈ, ਉਹ ਬਣਨਾ ਨਹੀਂ ਚਾਹੁੰਦੇ। ਇਸ ਮਗਰੋਂ ਫਿਰ ਕਿਹੋ ਜਿਹਾ ਮਾਹੌਲ ਬਣ ਲੱਗ ਗਿਆ ਵੀ ਗੁਰਦੁਆਰਾ ਇੰਤਜ਼ਾਮ ਦਾ ਮਸਲਾ ਕਿਸੇ ਤਰ੍ਹਾਂ ਸ਼ਾਂਤਮਈ ਢੰਗ ਨਾਲ ਹੱਲ ਹੋ ਜਾਏ। ਸਿੱਖਾਂ ਨੇ ਇਸ ਬਾਰੇ ਸਰਦਾਰ 19 ਅਕਤੂਬਰ ਸ਼੍ਰੋਮਣੀ ਕਮੇਟੀ ਨੇ ਇੱਕ ਮਤਾ ਪਾਸ ਕੀਤਾ ਕਿ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਸਰ ਸੁੰਦਰ ਸਿੰਘ ਰਾਮਗੜੀਆਂ ਤੋਂ ਲੈ ਕੇ ਨਵੇਂ ਪ੍ਰਧਾਨ ਖੜਕ ਸਿੰਘ ਨੂੰ ਦੇ ਦਿੱਤੀਆਂ ਜਾਣ। ਇਸ ਦੀ ਸੂਚਨਾ ਮਿਲਦੇ ਸੁੰਦਰ ਸਿੰਘ ਰਾਮਗੜੀਆਂ ਨੇ ਇੱਕਦਮ ਡੀਸੀ ਨੂੰ ਦੇ ਦਿੱਤੀ ਤੇ ਸਰਕਾਰ ਦੀ ਪਾਲਿਸੀ 'ਚ ਇੱਕਦਮ ਤਬਦੀਲੀ ਆਈ ਤੇ ਸਰਕਾਰ ਨੇ ਦਰਬਾਰ ਸਾਹਿਬ ਦਾ ਕਬਜ਼ਾ ਕਰਨ ਦੀ ਸਕੀਮ ਜਿਹੜੀ ਆ ਉਹ ਫਿਰ ਕੱਢ ਲਈ। ਦਰਬਾਰ ਸਾਹਿਬ ਉੱਤੇ ਸਕੀਮ ਕਰਨ ਦੀ ਕਬਜ਼ਾ ਕਰ ਲਈ। ਇੱਥੋਂ ਫਿਰ ਚਾਬੀਆਂ ਦਾ ਮੋਰਚਾ ਸ਼ੁਰੂ ਹੁੰਦਾ, ਜਿਹਦਾ ਜ਼ਿਕਰ ਆਪਾਂ ਪਹਿਲਾਂ ਕਰ ਚੁੱਕੇ ਹਾਂ ਵੀ ਚਾਬੀਆਂ ਦੇ ਮੋਰਚੇ ਬਾਰੇ ਗੱਲ ਕਰ ਚੁੱਕੇ ਹਾਂ। ਚਾਬੀਆਂ ਦੇ ਮੋਰਚੇ ਦਾ ਇਤਿਹਾਸ ਜਿਹੜਾ ਹੈ ਮੈਂ ਆਪ ਜੀ ਨਾਲ ਪਹਿਲਾਂ ਸਾਂਝਾ ਕਰ ਚੁੱਕਾ ਹਾਂ। ਇੱਥੋਂ ਇਹ ਮੋਰਚਾ ਜਿਹੜਾ ਹੈ ਉਹ ਸਾਂਝਾ ਹੁੰਦਾ ਹੈ। ਇਸ ਤੋਂ ਬਾਅਦ ਦਾ ਇਤਿਹਾਸ ਜਿਹੜਾ ਹੈ ਫਿਰ ਭਾਰਤ ਦੀ ਪਹਿਲੀ ਦੀ ਆਜ਼ਾਦੀ, ਫਿਰ ਉਹ ਅਗਲਾ ਜਿਹੜਾ 24-25 ਤੋਂ ਬਾਅਦ ਦਾ ਇਤਿਹਾਸ ਹੈ, 26 ਤੋਂ ਬਾਅਦ ਦਾ ਇਤਿਹਾਸ ਹੈ 47 ਤੱਕ, ਉਹਦੇ ਵਿੱਚ ਕੋਈ ਮਿਲਵਰਤਨ, ਆਪਸੀ ਤਾਲਮੇਲ, ਕਾਂਗਰਸ ਤੇ ਅਕਾਲੀ ਇਕੱਠੇ, ਇਹ ਇਤਿਹਾਸ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ। ਅੱਜ ਦਾ ਇਤਿਹਾਸ ਦੀ ਵਿਚਾਰ ਕਰਦੇ ਹਾਂ ਜੋ 3 ਸਾਲ ਦੀ ਇਹ ਹਿਸਟਰੀ ਹੈ 1921 ਤੋਂ 1924 ਦੇ ਵਿੱਚ ਕੀ ਕੁਝ ਸਿੱਖਾਂ ਨਾਲ ਵਾਪਰਿਆ
ਕਿਵੇਂ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਸਰਕਾਰ ਆਪਣੇ ਕਬਜ਼ੇ 'ਚ ਕਰਨਾ ਚਾਹੁੰਦੀ ਸੀ ਤੇ ਕਿਸ ਢੰਗ ਦੇ ਨਾਲ ਸਿੱਖਾਂ ਨੇ ਉਹਦਾ ਪ੍ਰੋਟੈਸਟ ਕੀਤਾ, ਵਿਰੋਧ ਕੀਤਾ, ਸ਼ਾਂਤਮਈ ਰਹਿੰਦੇ ਹੋਏ ਕਿਸ ਤਰ੍ਹਾਂ ਇਸ ਗੱਲ ਦੇ ਉੱਤੇ ਅੜੇ ਰਹੇ ਕਿ ਅਸੀਂ ਸਰਕਾਰ ਦਾ ਦਖਲ ਨਹੀਂ ਚਾਹੁੰਦੇ। ਇਹ ਕੁਛ ਇਤਿਹਾਸ ਆ ਜਿਹਦਾ ਮੈਂ ਸਾਂਝਾ ਕਰਨ ਦਾ ਯਤਨ ਕੀਤਾ। ਪਹਿਲਾਂ ਵੀ ਮੈਂ ਬੇਨਤੀ ਕਰ ਦਿੱਤੀ, ਜੋ ਹਵਾਲੇ ਅਕਾਲੀ ਮੋਰਚੇ ਤੇ ਝੱਬਰ, ਦੂਸਰਾ ਅਕਾਲੀ ਲਹਿਰਾਂ ਦਾ ਇਤਿਹਾਸ, ਤੀਸਰਾ ਸਿੱਖ ਹਿਸਟਰੀ 1849 ਤੋਂ 1947, ਹਰਜਿੰਦਰ ਸਿੰਘ ਦਲਗੀਰ ਔਰ ਸਿੱਖ ਮਿਸ਼ਨ ਕਾਲਜ ਵੱਲੋਂ ਛਪੀਆਂ ਹੋਈਆਂ ਪੁਸਤਕਾਂ ਗੁਰਦੁਆਰਾ ਸੁਧਾਰ ਲਹਿਰ ਹਨ, ਜਿਨ੍ਹਾਂ ਵਿੱਚੋਂ ਮੈਂ ਆਪ ਜੀ ਦੇ ਨਾਲ ਇਹ ਇਤਿਹਾਸ ਸਾਂਝਾ ਕੀਤਾ ਹੈ। ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗ ਰਿਹਾ ਹਾਂ। ਸਾਰਿਆਂ ਨੂੰ ਬੇਨਤੀ ਕਰਦਾ ਹਾਂ, ਪਿਆਰ ਸਤਿਕਾਰ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।